ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਸਾਡੇ ਨਾਲ ਤੁਸੀਂ ਸਕਰੀਨ ਤੇ ਦੇਖ ਵੀ ਰਹੇ ਹੋ ਗੁਲਪਨਾਗ ਜੀ ਜੁੜੇ ਨੇ, ਜਿਨ੍ਹਾਂ ਬਾਰੇ ਇੱਕ ਅਸੀਂ ਐਕਟਰੈਸ ਦੇ ਤੌਰ ਤੇ ਵੀ ਜਾਣਦੇ ਆ ਤੇ ਇਹਨਾਂ ਨੇ ਰਾਜਨੀਤੀ ਵਾਲਾ ਪੱਖ ਵੀ ਹੰਢਾਇਆ। ਇੱਕ ਕੁੜੀ 'ਚ, ਪੰਜਾਬ ਦੀ ਕੁੜੀ 'ਚ ਬਹੁਤ ਸਾਰੇ ਗੁਣ ਤੇ ਉਹ ਚੀਜ਼ਾਂ ਜਿਹੜੀਆਂ ਤੋਂ ਕੁੜੀਆਂ ਨੂੰ ਵਰਜਿਆ ਜਾਂਦਾ ਹੈ, ਉਹਨਾਂ ਦੇ ਵਿੱਚ ਇਹਨਾਂ ਦਾ ਚੰਗਾ ਚੋਖਾ ਨਾਮ ਹੈ, ਮੈਂ ਇਹ ਕਹੂੰਗਾ। ਤੇ ਨਾਲ ਨਾਲ ਆਫ ਰੋਡਿੰਗ ਜਿਹੜੀ ਕੁੜੀਆਂ ਦੇ ਘੱਟ ਹਿੱਸੇ ਆਉਂਦੀ ਹੈ ਤੇ ਉਹਦੇ ਤੇ ਵੀ ਇਹਨਾਂ ਨੇ ਹੱਥ ਅਜਮਾਏ ਹੈ। ਸਾਰੀਆਂ ਗੱਲਾਂ ਇਹ ਛੋਟੀ ਜਿਹੀ ਮੁਲਾਕਾਤ ਦੇ ਵਿੱਚ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਮੇਰੇ ਬਾਰੇ ਬਹੁਤ ਚੰਗੀਆਂ ਗੱਲਾਂ ਕਹੀਆਂ ਨੇ। ਪਤਾ ਨਹੀਂ ਮੈਂ ਉਹਨਾਂ ਦੇ ਕਾਬਿਲ ਹਾਂ ਕਿ ਨਹੀਂ, ਪਰ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਗੱਲ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕੀਤੀ, ਉਹਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ। ਅੱਛਾ, ਮੇਰਾ ਪਹਿਲਾ ਸਵਾਲ, ਅਸੀਂ ਤੁਹਾਨੂੰ ਇੱਕ ਐਕਟਰੈਸ ਵਜੋਂ ਜਾਣਦੇ ਹਾਂ ਜਾਂ ਤੁਸੀਂ ਇਲੈਕਸ਼ਨ ਲੜੀ ਇੱਕ ਪੋਲੀਟੀਸ਼ੀਅਨਸ ਦੇ ਵਜੋਂ ਵੀ ਜਾਣਦੇ ਹਾਂ। ਗੁਲਪਨਾਗ ਨੇ ਜੇ ਆਪਣੇ ਆਪ ਨੂੰ ਐਕਸਪਲੇਨ ਕਰਨਾ ਹੋਵੇ ਤਾਂ ਕੌਣ ਹੈ? ਜੇ ਮੈਨੂੰ ਆਪਣੇ ਆਪ ਨੂੰ ਐਕਸਪਲੇਨ ਕਰਨਾ ਪਵੇ, ਉਹਦੇ ਲਈ ਇੱਕੋ ਇੱਕ ਸ਼ਬਦ ਜ਼ਿਹਨ ਚ ਆਉਂਦਾ, ਉਹ ਇਹ ਕਿ ਐਜ਼ ਅ ਹਿਊਮਨ ਬੀਇੰਗ, ਅਲਟੀਮੇਟਲੀ ਤਾਂ ਆਪਾਂ ਸਾਰੇ ਹਿਊਮਨ ਬੀਇੰਗਸ ਹੀ ਹਾਂ ਨਾ। ਆਪਾਂ ਇੱਕ ਸੋਸਾਇਟੀ ਲੈਵਲ ਤੇ ਇੱਕ ਹਿੱਸਾ ਆਪਾਂ ਸਮਾਜ ਦਾ, ਐਜ਼ ਅ ਯੂਨਿਟ, ਐਜ਼ ਐਨ ਇੰਡੀਵਿਜੂਅਲ। ਸਭ ਤੋਂ ਜਿਹੜੀ ਮੈਂ ਆਪਣੇ ਆਪ ਨੂੰ ਜਿਹੜੀ ਬ੍ਰੇਕ ਡਾਊਨ ਕਰਕੇ ਜੇ ਕਹਾਂ ਤੇ ਮੈਂ ਕਹਾਂਗੀ ਆਈ ਐਮ ਐਨ ਇੰਡੀਵਿਜੂਅਲ ਜੀ। ਕੀ ਬਾਤ ਹੈ। ਅੱਛਾ, ਮੈਂ ਹੁਣ ਤੁਹਾਡੇ ਤੱਕ ਸਵਾਲਾਂ ਦਾ ਸਿਲਸਿਲਾ ਲੈ ਕੇ ਚੱਲਦਾ ਹਾਂ। ਕੁੜੀਆਂ ਪੰਜਾਬ ਤੋਂ ਜਦੋਂ ਉੱਠ ਕੇ ਜਾਂਦੀਆਂ, ਤੁਹਾਡੇ ਦੋਵੇਂ ਫੀਲਡ ਆ ਜਿਹੜੇ, ਰਾਜਨੀਤੀ ਵੀ ਆ ਗਈ ਹੈ, ਤੁਸੀਂ ਫਿਲਮਾਂ ਵਾਲੀ ਲਾਈਨ ਦੇ ਵਿੱਚ ਵੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਇਹ ਸਾਰਾ ਕੁਝ ਐਕਸੈਪਟ ਲੱਗਦਾ ਹੈ ਸਮਾਜ ਨੇ? ਲੱਗਦਾ ਹੈ ਕਿ ਕਹਿ ਦਿੱਤਾ ਹੈ ਕਿ ਇਹਨਾਂ ਦੋਵੇਂ ਪੱਖਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ? ਦੇਖੋ ਜੀ, ਜੇ ਆਪਾਂ ਸਮਾਜ ਬਾਰੇ ਸੋਚ ਕੇ ਚੱਲੀਏ ਕਿ ਵੀ ਸਮਾਜ ਕੀ ਕਹੂਗਾ, ਕਿ ਸਮਾਜ ਪਰਮਿਸ਼ਨ ਦਊਗਾ, ਸਮਾਜ ਸਾਨੂੰ ਚੰਗੀ ਚੀਜ਼ਾਂ ਕਹੂਗਾ, ਫਿਰ ਤਾਂ ਆਪਾਂ ਕੁਝ ਕਰ ਹੀ ਨਹੀਂ ਸਕਦੇ ਨਾ। ਤੇ ਮੇਰਾ ਹਮੇਸ਼ਾ ਇਹ ਇੱਕ ਮਤ ਰਿਹਾ ਹੈ, ਉਹ ਇਹ ਕਿ ਸਮਾਜ ਲੋਕਾਂ ਦੀ ਕਲੈਕਟਿਵ ਥਿੰਕਿੰਗ ਦਾ ਇੱਕ ਰਿਜ਼ਲਟ ਹੈ। ਜਿਹੜੇ ਉਸ ਟਾਈਮ ਦੀ, ਉਸ ਸਮੇਂ ਦੀ ਜਿਹੜੀ ਕਲੈਕਟਿਵ ਥਿੰਕਿੰਗ ਹੁੰਦੀ ਹੈ, ਉਹਦਾ ਇੱਕ ਨਿਚੋੜ ਹੈ ਇੱਕ ਤਰੀਕੇ ਨਾਲ। ਤੇ ਉਹ ਜਿਹੜੀ ਕਲੈਕਟਿਵ ਥਿੰਕਿੰਗ ਹੈ, ਉਹਨੂੰ ਆਪਾਂ ਕਿਵੇਂ ਇਨਫਲੂਐਂਸ ਕਰ ਸਕਦੇ ਹਾਂ? ਆਪਾਂ ਉਹ ਜਿਹੜੀ ਸਮਾਜਿਕ ਲੈਵਲ ਦੀ ਜਿਹੜੀ ਕਲੈਕਟਿਵ ਥਿੰਕਿੰਗ ਹੈ, ਉਹਨੂੰ ਆਪਾਂ ਡਿਸਕਸ਼ਨ ਦੇ ਜ਼ਰੀਏ, ਡਿਬੇਟਾਂ ਜ਼ਰੀਏ, ਜਿਵੇਂ ਆਪਾਂ ਅੱਡ-ਅੱਡ ਪੱਖ ਦੇ ਲੋਕ ਜਦ ਰੂਬਰੂ ਹੁੰਦੇ ਆ, ਜਦ ਉਹ ਗੱਲਬਾਤ ਕਰਦੇ ਆ, ਉਹਨਾਂ ਦੇ ਜ਼ਰੀਏ ਹੀ ਆਪਾਂ ਜਿਹੜੀ ਸਮਾਜਿਕ ਤੌਰ ਦੀ ਜਿਹੜੀ ਆਪਣੀ ਕਲੈਕਟਿਵ ਥਿੰਕਿੰਗ ਹੈ, ਉਹ ਅਸੀਂ ਇੰਪੈਕਟ ਕਰ ਸਕਦੇ ਹਾਂ। ਤੇ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਉਹ ਸਾਰੀ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਜਿਨ੍ਹਾਂ 'ਚ ਸਾਨੂੰ ਇੰਟਰਸਟ ਹੈ, ਜਿਨ੍ਹਾਂ 'ਚ ਸਾਨੂੰ ਜਿਨ੍ਹਾਂ ਕਰਨੀ ਸਾਡਾ ਝੁਕਾਵ ਹੈ, ਜਾਂ ਸਾਡਾ ਜਿਵੇਂ ਕਿ ਰੁਝਾਨ ਹੈਗਾ। ਅੱਛਾ, ਆਪਾਂ ਅਗਲੇ ਸਵਾਲ ਵੱਲ ਵਧਦੇ ਹਾਂ। ਦੋਵੇਂ ਪੱਖ ਹੈ ਜਿਹੜੇ ਤੁਹਾਡੇ, ਰਾਜਨੀਤੀ ਤੇ ਫਿਲਮਾਂ ਦੇ ਵਿੱਚ ਕੁੜੀਆਂ ਨੂੰ ਵਰਜਿਆ ਜਾਂਦਾ ਕਿ ਕੁੜੀਆਂ ਲਈ ਇਹ ਫੀਲਡ ਠੀਕ ਨਹੀਂ ਹੈ। ਇਹ ਕਾਮਨ ਸਵਾਲ ਹੈ ਵੈਸੇ, ਤੇ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ? ਭਾਜੀ, ਕੁਝ 50-60 ਸਾਲਾਂ ਪਹਿਲਾਂ ਤਾਂ ਕੁੜੀਆਂ ਲਈ ਪੜ੍ਹਾਈ ਵੀ ਠੀਕ ਨਹੀਂ ਸੀਗੀ। ਹਾਂ, ਬਿਲਕੁਲ। ਸੋ ਇਹ ਤਾਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਪਹਿਲਾਂ ਵੀ ਇਹ ਸਮਾਜਿਕ ਜਿਹੜੇ ਤੌਰ ਤੇ ਇੱਕ ਕਲੈਕਟਿਵ ਥਿੰਕਿੰਗ ਹੈ, ਜਿਹੜਾ ਸਮਾਜ ਦਾ ਰਵੱਈਆ ਰਹਿੰਦਾ ਹੈ, ਉਹ ਕਨਸਟੈਂਟਲੀ ਚੇਂਜ ਹੁੰਦਾ ਹੈ। ਇੱਕ ਜ਼ਮਾਨੇ 'ਚ ਤਾਂ ਕੁੜੀਆਂ ਨੂੰ ਐਕਸਪੈਕਟ ਕੀਤਾ ਜਾਂਦਾ ਸੀਗਾ ਕਿ ਉਹ ਆਪਣੇ ਹਸਬੈਂਡ ਦੀ ਚਿਤਾ ਤੇ ਆਪਣੇ ਆਪ ਨੂੰ ਜਲਾ ਦੇਣ, ਸਤੀ ਪ੍ਰਥਾ ਐਕਸਪੈਕਟੇਸ਼ਨ ਸੀਗੀ। ਤੇ ਜਿਹੜੀ ਸੋ ਇਹ ਸਮਾਜਿਕ ਜਿਹੜੀ ਐਵੋਲੂਸ਼ਨ ਹੁੰਦੀ ਹੈ, ਉਹਦੇ ਨਾਲ ਨਾਲ ਲੋਕਾਂ ਦੇ ਖਿਆਲ ਬਦਲਦੇ ਨੇ। ਤੇ ਜਿਹੜੇ ਲੋਕ ਆਪਣੇ ਆਪ 'ਚ ਇਹ ਕਾਬਲੀਅਤ ਰੱਖਦੇ ਨੇ ਕਿ ਅਸੀਂ ਸਾਰੇ ਆਪਣੇ ਉਹ ਇੰਟਰਸਟ ਚੇਜ਼ ਕਰ ਰਹੀ, ਜਿਨ੍ਹਾਂ ਕੰਨੀ ਸਾਡਾ ਝੁਕਾਵ ਹੈ, ਰੁਝਾਵ ਹੈ, ਤੇ ਉਹਨਾਂ ਤੇ ਇੱਕ ਮੈਨੂੰ ਲੱਗਦਾ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਉਹ ਉਸ ਨਵੀਂ ਸੋਚ ਦਾ ਇੱਕ ਬੀਜ ਜਿਹੜੀ ਲੋਕਾਂ ਦੀ ਕੌਨਸ਼ੀਅਸਨੈਸ ਹੈ, ਉਸ 'ਚ ਬੀਜ ਰਹੇ ਹੈ, ਜਿਹਦੇ ਕਰਕੇ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਚੇਂਜ ਹੋਣ ਤੇ ਸ਼ਾਇਦ ਮਜਬੂਰ ਕੀਤਾ ਜਾਵੇਗਾ। ਮੈਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਕਿੰਨੀ ਕੁੜੀਆਂ ਨੂੰ ਦੇਖਦੀ ਹਾਂ ਮੋਟਰਸਾਈਕਲ ਤੇ ਅੱਜ ਕੱਲ੍ਹ, ਕਿੰਨੀ ਕੁੜੀਆਂ। ਬਿਲਕੁਲ। ਤੇ ਇਹ ਬਹੁਤ ਚੰਗੀ ਗੱਲ ਹੈ, ਕਿਉਂਕਿ ਇੱਕ ਜ਼ਮਾਨੇ 'ਚ ਕਿਹਾ ਜਾਂਦਾ ਸੀਗਾ ਕਿ ਜਿਹੜੇ ਕੁੜੀਆਂ ਨੇ ਉਹ ਸਕੂਟੀ ਚਲਾਉਣਗੀਆਂ, ਤੇ ਜਿਹੜੇ ਮੁੰਡੇ ਆ ਉਹ ਚਲਾਉਣਗੇ ਮੋਟਰਸਾਈਕਲ। ਬਿਲਕੁਲ। ਬਈ ਜਿਵੇਂ ਕੁੜੀਆਂ ਗੇਅਰ ਨਹੀਂ ਬਦਲੀ ਕਰ ਸਕਦੀਆਂ, ਬੈਲੈਂਸ ਕਰ ਸਕਦੀਆਂ ਨੇ, ਉਹਨੇ ਉਹ ਸਪੀਡ ਤੇ ਚਲਾ ਸਕਦੀਆਂ ਨੇ, ਪਰ ਗੇਅਰ ਬਦਲੀ ਨਹੀਂ ਕਰ ਸਕਦੀਆਂ। ਤੇ ਇਹੋ ਜਿਹੀਆਂ ਰੁਕਾਵਟਾਂ ਅਸੀਂ ਲੋਕਾਂ ਦੀ, ਇਹ ਤਾਂ ਮੈਂ ਐਗਜ਼ਾਮਪਲ ਦੇ ਰਹੀ ਹਾਂ ਤੁਹਾਨੂੰ, ਇਹੋ ਜਿਹੀਆਂ ਰੁਕਾਵਟਾਂ ਅਸੀਂ ਹਰ ਜਗ੍ਹਾ ਦੇਖ ਰਹੇ ਹਾਂ। ਬਿਲਕੁਲ। ਤੇ ਮੇਰਾ ਇਹ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਸਮਾਜ ਤਾਂ ਬਹੁਤ ਕੁਝ ਕਹੂਗਾ। ਜਿਵੇਂ ਅੱਜ ਕੱਲ ਆਪਾਂ ਨੂੰ ਇਹ ਵੀ
ਬੰਦਿਆਂ ਤੇ ਵੀ ਬਹੁਤ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਕਿ ਬੰਦਿਆਂ ਨੂੰ ਇਮੋਸ਼ਨਲ ਨਹੀਂ ਹੋਣਾ ਚਾਹੀਦਾ, ਤੇ ਬਈ ਬੰਦਿਆਂ ਨੂੰ ਆਪਣੀ ਸੌਫਟ ਸਾਈਡ ਨਹੀਂ ਦਿਖਾਣੀ ਚਾਹੀਦੀ ਕਿ ਜੇ ਬੰਦਾ ਰੋ ਰਿਹਾ ਹੈ ਬੜਾ ਵੀਕ ਹੈ। ਤੇ ਮੈਂ ਉਸ ਵੱਲ ਨਾ ਜਾਂਦੇ ਹੋਏ ਇੰਨਾ ਕਹਾਂਗੀ ਕਿ ਇਹ ਤਾਂ ਟਾਈਮ ਟੂ ਟਾਈਮ, ਸਮੇਂ ਤੋਂ ਸਮੇਂ ਦੀ ਬਦਲਦੇ ਖਿਆਲ ਨੇ ਲੋਕਾਂ ਦੇ, ਤੇ ਅੱਜ ਇਹ ਕਹਿ ਰਹੇ ਕੱਲ ਨੂੰ ਕੁਝ ਹੋਰ ਕਹਿਣਗੇ। ਅਸੀਂ ਇਹਨਾਂ ਤੋਂ ਸਾਥ ਥੋੜੀ ਦੇ ਸਕਦੇ ਹਾਂ। ਮੋਟਰਸਾਈਕਲ ਦੀ ਕਿੱਕ ਤੁਸੀਂ ਮਾਰੀ ਸੀ, ਉਦੋਂ ਤਾਂ ਜ਼ਮਾਨਾ ਹੋਰ ਤਰ੍ਹਾਂ ਦਾ ਸੀ। ਬਿਲਕੁਲ, ਮਤਲਬ ਜਦ ਮੈਂ ਮੋਟਰਸਾਈਕਲ ਮੈਂ ਤਾਂ ਕਾਲਜ ਤੋਂ ਚਲਾ ਰਹੀ ਹਾਂ, ਪਰ ਜਿਵੇਂ ਚਰਚਾ ਕਰਨ ਲੱਗੇ ਲੋਕ ਬਈ ਗੁਲਪਨਾਗ ਮੋਟਰਸਾਈਕਲ ਚਲਾਉਂਦੀ ਹੈ, ਮੈਨੂੰ ਕਦੇ ਵੀ ਨਹੀਂ ਲੱਗਿਆ ਕਿ ਬਹੁਤ ਵੱਡੀ ਗੱਲ ਹੈ, ਕਿਉਂਕਿ ਮੇਰੇ ਪਰਿਵਾਰ 'ਚ ਸਾਰੀਆਂ ਜਿਹੜੀਆਂ ਔਰਤਾਂ ਤੇ ਕੁੜੀਆਂ ਨੇ, ਉਹਨਾਂ ਨੇ ਸਾਰਿਆਂ ਨੇ ਮੋਟਰਸਾਈਕਲ ਚਲਾਏ, ਤੇ ਮੇਰੇ ਵਾਸਤੇ ਬੜੀ ਨਾਰਮਲ ਚੀਜ਼ ਸੀ। ਪਰ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਕਦੇ ਓਪਰਚੁਨਿਟੀ ਨਹੀਂ ਮਿਲੀ, ਜਾਂ ਜਿਨ੍ਹਾਂ ਦੇ ਘਰਾਂ 'ਚ ਕਿਹਾ ਜਾਂਦਾ ਹੈ ਕਿ ਬਈ ਤੁਸੀਂ ਮੋਟਰਸਾਈਕਲ ਨਾ ਚਲਾਓ, ਉਹਨਾਂ ਵਾਸਤੇ ਇੱਕ ਕੁੜੀ ਨੂੰ ਮੋਟਰਸਾਈਕਲ ਚਲਾਉਂਦੇ ਹੋਏ ਦੇਖ ਕੇ ਇੱਕ ਕੌਨਫੀਡੈਂਸ ਆਉਂਦਾ ਕਿ ਅਸੀਂ ਵੀ ਕਰ ਸਕਦੇ ਹਾਂ। 2020 ਤੋਂ ਬਾਅਦ ਹੀ ਲੋਕਾਂ ਨੂੰ ਲੱਗਿਆ ਵੀ ਕੁੜੀਆਂ ਵੀ ਚਲਾਉਂਦੀਆਂ, ਨਹੀਂ ਤਾਂ ਅਗਲਾ ਕਹਿੰਦਾ ਜੀ ਕੁੜੀ ਕਾਰ ਚਲਾਈ ਜਾਂਦੀ ਹੈ, ਬਹੁਤ ਵੱਡੀ ਗੱਲ ਸੀ। ਅੱਜ ਵੀ ਤੁਸੀਂ ਦੇਖੋ ਥਾਰ, ਸਕਾਰਪੀਓ, ਇੰਨੀਆਂ ਕੁੜੀਆਂ ਮੈਨੂੰ ਦਿਖਦੀਆਂ ਪੰਜਾਬ 'ਚ ਥਾਰ ਚਲਾ ਰਹੀਆਂ ਨੇ, ਉਹ ਹੁੱਬ ਕੇ ਖਰੀਦ ਰਹੀਆਂ ਆਪਣੇ ਲਈ ਗੱਡੀਆਂ। ਨਹੀਂ, ਬਿਲਕੁਲ ਥਾਰ ਨਹੀਂ, ਥਾਰ। ਇੱਕ ਹੋਰ ਸਵਾਲ ਵੀ ਇਹਦੇ ਵਿੱਚ ਆਉਂਦਾ ਕਿ ਜਦੋਂ ਵੀ ਕੁੜੀ ਕੁਝ ਖਰੀਦਦੀ ਹੈ ਜਾਂ ਕਿਤੇ ਕੋਈ ਅਚੀਵਮੈਂਟ ਲੈਂਦੀ ਹੈ ਜਾਂ ਕਿਤੇ ਰਹਿੰਦੀ ਵੀ ਹੈ ਜਾ ਕੇ, ਅਗਲਾ ਲੱਗਦਾ ਹੁੰਦਾ ਇਹ ਬਗਾਨਾ ਪੈਸਾ ਹੈ। ਜਦੋਂ ਖੁਦ ਦੀ ਕਮਾਈ ਕਰਕੇ ਬੰਦਾ ਸੈਲਫ ਡਿਪੈਂਡ ਹੋ ਕੇ ਜਾਂਦਾ ਨਾ, ਇਹ ਇੱਕ ਵੱਖਰਾ ਸਕੂਨ ਹੈ। ਕੀ ਕਹੋਗੇ? ਪਰ ਇਹੀ ਤਾਂ ਕਾਰਨ ਹੈ ਕਿ ਆਪਣਾ ਪੰਜਾਬ ਦਾ ਸੈਕਸ ਰੇਸ਼ੋ ਇੰਨਾ ਖਰਾਬ ਹੈ, ਕਿਉਂਕਿ ਅਸੀਂ ਕੁੜੀਆਂ ਨੂੰ ਜੰਮਣ ਹੀ ਨਹੀਂ ਦਿੰਦੇ। ਮਤਲਬ ਇੰਨੀ ਲਾਜ਼ ਬਣੇ ਹੋਏ, ਇੰਨੇ ਕਾਨੂੰਨ ਬਣੇ ਹੋਏ ਹੈ ਭਰੂਣ ਹੱਤਿਆ ਦੇ ਖਿਲਾਫ, ਪਰ ਫਿਰ ਵੀ ਹੋਈ ਜਾ ਰਿਹਾ। ਜਿਵੇਂ ਮੇਰਾ ਆਪਣਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ, ਬਿਲਕੁਲ ਪਿਛਲੇ ਮਤਲਬ 2001 ਦੇ ਇੱਕ ਸੈਂਸਸ ਦੇ ਮੁਤਾਬਕ ਸਭ ਤੋਂ ਲੋਐਸਟ ਸੈਕਸ ਰੇਸ਼ੋ ਇੰਡੀਆ 'ਚ ਫਤਿਹਗੜ੍ਹ ਸਾਹਿਬ 'ਚ ਸੀਗਾ। ਫਿਰ 2011 'ਚ ਬਦਲੀ ਹੋ ਗਿਆ, ਤੇ ਹੁਣ 21 ਦਾ ਪਤਾ ਨਹੀਂ ਹੋਊਗਾ ਨਹੀਂ ਹੋਊਗਾ, ਪਤਾ ਨਹੀਂ ਕੀ ਡਿਕਲੇਅਰ ਵੀ ਹੋਏ ਡੇਟਾ ਹਲੇ। ਪਰ ਦੇਖੋ, ਤੁਸੀਂ ਸੋਚ ਕੇ ਦੇਖੋ, ਇੱਕ ਉਹੀ ਪਿੰਡ ਦੀ ਕੁੜੀ, ਮਹਾਦੀਆ ਪਿੰਡ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਮੈਂ ਹਾਂ, ਤੇ ਮੈਂ ਆਪਣੀ ਜ਼ਿੰਦਗੀ 'ਚ ਕੋਈ ਵੀ ਰੁਕਾਵਟ ਨਹੀਂ ਮਹਿਸੂਸ ਕੀਤੀ, ਜਾਂ ਤਾਂ ਪਰਿਵਾਰ ਵੱਲੋਂ ਜਾਂ ਸਮਾਜ ਵੱਲੋਂ। ਤੇ ਮੇਰੇ ਉਹ ਖੇਤਰ 'ਚ, ਮੇਰੇ ਹਲਕੇ 'ਚ ਕੁੜੀਆਂ ਪੈਦਾ ਹੀ ਨਹੀਂ ਹੋਣ ਦੇ ਰਹੇ ਲੋਕ। ਤੁਸੀਂ ਸੋਚੋ, ਜੇ ਮੈਂ ਕਿਸੇ ਹੋਰ ਘਰ 'ਚ ਜੰਮੀ ਹੁੰਦੀ, ਮੇਰੀ ਤਾਂ ਲਾਈਫ ਅੱਡ ਹੋਣੀ ਸੀ। ਤੇ ਅਸੀਂ ਇਹ ਬਹੁਤ ਸੋਚਣ ਵਾਲੀ ਗੱਲ ਹੈ। ਬਿਲਕੁਲ। ਇਹ ਜਿਹੜਾ ਅਸੀਂ ਜਿਵੇਂ ਇੱਕ ਬਿਲੀਵ ਕਰਦੇ ਆ ਕਿ ਬਈ ਮੁੰਡੇ ਹੀ ਆਪਾਂ ਨੂੰ ਸਪੋਰਟ ਕਰ ਸਕਦੇ ਆ, ਕਿ ਕੁੜੀਆਂ ਜੇ ਹੈਗੀਆਂ, ਜਿਵੇਂ ਤੁਸੀਂ ਕਿਹਾ ਓਪਰਾ ਧਨ ਹੈ, ਇਹਨਾਂ ਦਾ ਚਲਿਆ ਜਾਣਾ ਹੈ, ਤੇ ਇਹਨਾਂ ਤੇ ਜਿੰਨਾ ਵੀ ਖਰਚਾ ਹੁੰਦਾ ਹੈ ਤਾਂ ਕਰਨਾ ਹੀ ਕਰਨਾ ਹੈ। ਤੇ ਇੱਕ ਦਹੇਜ ਦਾ ਬਹੁਤ ਵੱਡਾ ਇਸ਼ੂ ਹੈ, ਡਾਊਰੀ ਦਾ ਬਹੁਤ ਵੱਡਾ ਇਸ਼ੂ ਹੈ। ਲੋਕ ਘੱਟ ਤੋਂ ਘੱਟ ਮਤਲਬ ਮੋਟਰਸਾਈਕਲ ਦਾ 2 ਸਕਾਰਪੀਓ ਮੰਗਦੇ ਹੁਣ, ਬਿਲਕੁਲ ਮੰਗਦੇ, ਤੇ ਕਿਉਂਕਿ ਉਹ ਆਪ ਕਮਾ ਕੇ ਖਰੀਦਣ ਲਾਇਕ ਹੈ ਨਹੀਂ, ਤਾਂ ਉਹਨੂੰ ਫਿਰ ਭੇਜ ਲੈਣੀਆਂ ਪੈਂਦੀਆਂ ਨੇ। ਆਈਲੈਟਸ ਨੇ ਕੁੜੀਆਂ ਦੇ ਵਿੱਚ ਤਬਦੀਲੀ ਲੈ ਕੇ ਆਂਦੀ ਹੈ, ਉਹ ਬਹੁਤ ਆਈਲੈਟਸ ਤਾਂ ਬਹੁਤ ਦੂਰ ਦੀ ਗੱਲ ਹੈ ਭਾਜੀ। ਆਪਾਂ ਪੰਜਾਬ ਯੂਨੀਵਰਸਿਟੀ 'ਚ ਦੇਖੋ, ਜਿਹੜੀਆਂ ਪੋਸਟ ਗ੍ਰੈਜੂਏਟ ਸਟੂਡੈਂਟਸ ਹੈ, 70% ਤੋਂ ਵੱਧ ਕੁੜੀਆਂ ਨੇ। ਬਿਲਕੁਲ। ਤੇ ਇਹਦਾ ਮਤਲਬ ਕੁੜੀਆਂ ਕਾਬਲ ਨੇ, ਕੁੜੀਆਂ ਇਕਨੋਮਿਕਲੀ ਇੰਡੀਪੈਂਡੈਂਟ ਬਣ ਸਕਦੀਆਂ ਨੇ, ਤੇ ਸਪੋਰਟ ਕਰ ਸਕਦੀਆਂ ਆਪਣੇ ਆਪ ਨੂੰ ਵੀ ਤੇ ਆਪਣੇ ਪਰਿਵਾਰ ਨੂੰ ਵੀ। ਵੱਡੀਆਂ ਕੰਪਨੀਆਂ ਦੇ ਬੌਸ ਵੀ ਦੇਖੋ ਕੁੜੀਆਂ ਮੋਸਟਲੀ। ਵੱਡੀਆਂ ਕੰਪਨੀਆਂ ਹੈ ਜਿਹੜੀਆਂ, ਉਹਨਾਂ ਦੇ ਵਿੱਚ ਬਹੁਤ ਮੋਸਟਲੀ ਬੌਸ ਹੈ ਜਿਹੜੀਆਂ ਰਨ ਕਰ ਰਹੀਆਂ, ਕੁੜੀਆਂ ਕਰ ਰਹੀਆਂ। ਬਹੁਤ ਵੱਡੀ ਗੱਲ ਹੈ। ਮੋਸਟਲੀ ਤਾਂ ਨਹੀਂ, ਪਰ ਜੇ ਮੋਸਟਲੀ ਹੁੰਦਾ ਫਿਰ ਤਾਂ ਅੱਧੋ ਅੱਧ ਹੁੰਦਾ ਨਾ, ਕਿ ਅੱਧੀ ਕੰਪਨੀਆਂ 'ਚ। ਪਰ ਇੱਕ ਡੈਫੀਨਿਟਲੀ ਇੱਕ ਟ੍ਰੈਂਡ ਸ਼ੁਰੂ ਹੋ ਰਿਹਾ ਹੈ। ਹਾਂ, ਬਿਲਕੁਲ, ਕਿ ਔਰਤਾਂ ਤੇ ਕੁੜੀਆਂ ਹਰ ਇੱਕ ਖੇਤਰ 'ਚ, ਹਰ ਇੱਕ ਫੀਲਡ 'ਚ ਉਹ ਸਾਰੇ ਕੰਮ ਕਰ ਰਹੇ ਨੇ ਟੁਡੇ, ਜਿਹੜੇ ਪਹਿਲਾਂ ਅਸੀਂ ਅਜ਼ੂਮ ਕਰਦੇ ਸੀਗੇ ਕਿ ਬਈ ਕੁੜੀਆਂ ਨਹੀਂ ਕਰ ਸਕਦੀਆਂ, ਕਿ ਉਹ ਕਾਬਿਲ ਨਹੀਂ ਹੈਗੀਆਂ। ਪੜ੍ਹਾਈ ਦੇ ਮਾਮਲੇ ਤੁਸੀਂ ਪੰਜਾਬ ਦਾ ਡੇਟਾ ਕੱਢ ਕੇ ਦੇਖੋ, ਕਿੰਨੀਆਂ ਕੁੜੀਆਂ ਹਾਈ ਸਕੂਲ ਕੰਪਲੀਟ ਕਰ ਰਹੀਆਂ ਤੇ ਕਿੰਨੇ ਮੁੰਡੇ ਹਾਈ ਸਕੂਲ ਕੰਪਲੀਟ ਕਰ ਰਹੇ ਹੈ, ਤੇ ਉਦੋਂ ਬਾਅਦ ਗ੍ਰੈਜੂਏਸ਼ਨ ਕਿੰਨੀ ਕੁੜੀਆਂ ਕਰਦੀਆਂ। ਇਹ ਤੁਹਾਡੇ ਕੋਲ ਤਾਂ, ਯੂ ਆਰ ਜਰਨਲਿਸਟ, ਤੁਹਾਡੇ ਕੋਲ ਡੇਟਾ ਹੈਗਾ ਸਾਰਾ। ਪੰਜਾਬੀ ਯੂਨੀਵਰਸਿਟੀ ਦਾ ਕੱਢ ਲਓ, ਪੰਜਾਬ ਯੂਨੀਵਰਸਿਟੀ ਦਾ ਕੱਢ ਲਓ, KNDU ਦਾ ਕੱਢ ਲਓ। ਜੀ ਬਿਲਕੁਲ। ਅੱਛਾ, ਮੈਂ ਹੁਣ ਤੁਹਾਨੂੰ ਆਪਾਂ ਹੋਰ ਸਵਾਲਾਂ ਵੱਲ ਚੱਲਦੇ ਹਾਂ। ਤੁਸੀਂ ਇਲੈਕਸ਼ਨ ਵੀ ਲੜੀ ਹੈ, ਸਰਕਾਰਾਂ ਦਾ ਪ੍ਰਭਾਵ ਜਾਂ ਸਰਕਾਰਾਂ ਦੀਆਂ ਨੀਤੀਆਂ ਫਿਲਮ ਇੰਡਸਟਰੀ ਤੇ, ਜਿਵੇਂ ਤੁਸੀਂ ਹਿੰਦੀ ਫਿਲਮ ਇੰਡਸਟਰੀ 'ਚ ਵੀ, ਪੰਜਾਬ ਦੀ ਫਿਲਮ ਇੰਡਸਟਰੀ ਨਾਲ ਵੀ ਜੁੜੇ ਹੋ, ਦੋਵੇਂ ਇੰਡਸਟਰੀਆਂ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦੀ ਹੈ? ਤੁਹਾਨੂੰ ਲੱਗਦਾ ਕਿ ਇਹ ਕੀ ਬਦਲਾਅ ਹੋਣੇ ਚਾਹੀਦੇ ਹੈ? ਦੇਖੋ, ਮੈਨੂੰ ਨਹੀਂ ਲੱਗਦਾ ਕਿ ਕਿਸੇ ਇੱਕ ਇੰਡਸਟਰੀ ਤੇ ਜੇ ਆਪਾਂ ਜ਼ੋਰ ਦਈਏ ਉਹ ਸਹੀ ਹੋਊਗਾ। ਮੈਨੂੰ ਲੱਗਦਾ ਹੈ ਕਿ ਸਰਕਾਰ ਦੀ ਜਿਹੜੀ ਮੇਨ ਡਿਊਟੀ ਹੈ
ਜੀ ਉਹ ਇਹ ਕਿ ਉਹ ਸਾਰੇ ਬਿਜ਼ਨਸ ਨੂੰ ਫੈਸਿਲਿਟੇਟ ਕਰੇ ਤੇ ਰੁਕਾਵਟ ਨਾ ਬਣੇ। ਜੀ ਮੈਂ ਇਹ ਨਹੀਂ ਕਹੂੰਗੀ ਕਿ ਉਹਨਾਂ ਨੂੰ ਇੱਕ ਇੰਡਸਟਰੀ ਨੂੰ ਜਾਂ ਬਈ ਬੀ ਇੰਡਸਟਰੀ ਨੂੰ ਅੱਡ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਨੇ। ਜੀ ਮੈਂ ਇਹ ਕਹਾਂਗੀ ਕਿ ਜਿਹੜਾ ਜਿਵੇਂ ਜੋ ਵੀ ਲੋਕ ਪਰਸੂ ਕਰਨਾ ਚਾਹੁੰਦੇ ਆ ਬਿਜ਼ਨਸ ਦੇ ਤੌਰ ਤੇ, ਚਾਹੇ ਉਹ ਫਿਲਮ ਇੰਡਸਟਰੀ ਹੋਵੇ, ਚਾਹੇ ਉਹ MSME ਹੋਵੇ, ਚਾਹੇ ਉਹ ਵੱਡੀ ਕੋਈ ਫੈਕਟਰੀ ਹੋਵੇ, ਸਰਕਾਰ ਦੇ ਕੰਨਿਓ ਰੁਕਾਵਟ ਨਹੀਂ ਪੈਣੀ ਚਾਹੀਦੀ, ਕਿਉਂਕਿ ਇੱਥੋਂ ਕਰਪਸ਼ਨ ਸ਼ੁਰੂ ਹੁੰਦੀ ਹੈ ਨਾ, ਬਿਕੋਜ਼ ਰੁਕਾਵਟ ਪਾਉਣੇ ਆ ਹਰ ਚੀਜ਼ ਦੇ ਅੱਡ ਪੈਸੇ। ਤੇ ਜਿਹੜੀ ਸਰਕਾਰ ਦੀ ਮੇਨ ਡਿਊਟੀ ਹੈ ਉਹ ਹੈ ਸਿੱਖਿਆ ਤੇ ਸਿਹਤ, ਸਿੱਖਿਆ ਸਿਹਤ ਤੇ ਜਿਹੜੀ ਆਪਣੀ ਸੜਕਾਂ ਬਣਦੀਆਂ ਨੇ ਜੀ। ਤੇ ਉਸ ਤੋਂ ਵੱਧ ਜੇ ਸਰਕਾਰ ਹਸਤਕਸ਼ੇਪ ਕਰ ਰਹੀ ਹੈ ਕਿਸੇ ਵੀ ਫੀਲਡ 'ਚ ਜੀ, ਉਹ ਫਿਰ ਮਤਲਬ ਅੱਗੇ ਆਉਣ ਵਾਲੇ ਸਮੇਂ 'ਚ ਕਰਪਸ਼ਨ ਉੱਥੇ ਆਉਣੀ। ਜਿੱਥੇ ਵੀ ਲੋਕਾਂ ਨੂੰ ਫ੍ਰੀ ਐਂਟਰਪ੍ਰਾਈਜ਼ ਆਪਾਂ ਕਰਨ ਨੂੰ ਇਨਕਰੇਜ ਕਰਦੇ ਹਾਂ, ਉੱਥੇ ਲੋਕ ਫਲਰਿਸ਼ ਕਰਦੇ ਹੈ। ਪਰ ਜਿੱਥੇ ਸਰਕਾਰ ਕੰਟਰੋਲ ਹੋਊਗਾ ਜ਼ਿਆਦਾ, ਤੁਸੀਂ ਆ ਨਹੀਂ ਕਰ ਸਕਦੇ, ਤੁਸੀਂ ਆ ਕਰ ਸਕਦੇ ਹੋ, ਇਹਦਾ ਮਤਲਬ ਕਰਪਸ਼ਨ ਹੋਗੀ। ਹਰ ਲੈਵਲ ਤੇ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀਆਂ ਨੇ। ਜੀ ਬਿਲਕੁਲ। ਉਹ ਸਿੰਗਲ ਵਿੰਡੋ ਸਿਸਟਮ ਹੋਵੇ ਹਰ ਚੀਜ਼ ਲਈ, ਚਾਹੇ ਉਹ ਫਿਲਮ ਇੰਡਸਟਰੀ ਦੇ ਕੋਈ ਕੰਮ ਵਾਸਤੇ ਹੋਵੇ ਜਾਂ ਫਿਰ ਕੋਈ ਦੂਜੀ ਤੁਸੀਂ ਕੋਈ ਵਰਕਸ਼ਾਪ ਸੈਟਅਪ ਕਰਨੀ ਹੈ, ਕੋਈ ਛੋਟੀ ਜਿਹੀ ਕਾਰਖਾਨਾ ਸੈਟਅਪ ਕਰਨਾ ਹੈ, ਸਿੰਗਲ ਵਿੰਡੋ, ਤੁਸੀਂ ਇਧਰੋਂ ਇੱਧਰ ਵੀ ਇਹ ਡਿਪਾਰਟਮੈਂਟ ਤੋਂ ਇਹ ਡਿਪਾਰਟਮੈਂਟ ਤੋਂ ਇਹ ਡਿਪਾਰਟਮੈਂਟ, ਤੁਹਾਨੂੰ ਭੱਜਣ ਦੀ ਲੋੜ ਨਾ ਪਵੇ। ਜੀ ਬਿਲਕੁਲ, ਇੱਕ ਥਾਂ ਤੋਂ ਹੀ ਸਾਰੇ ਕੁਝ ਹੱਲ ਹੋਣੇ ਚਾਹੀਦੇ। ਬਿਲਕੁਲ ਸਹੀ। ਹਾਂਜੀ। ਅੱਛਾ, ਹੁਣ ਤੁਸੀਂ ਸਿਆਸਤ ਕੰਟੀਨਿਊ ਕਰੋਗੇ, ਫਿਲਮ ਇੰਡਸਟਰੀ ਕੰਟੀਨਿਊ ਕਰੋਗੇ, ਜਾਂ ਦੋਵੇਂ ਚੀਜ਼ਾਂ ਨੂੰ ਛੱਡ ਕੇ ਆਫ ਰੋਡਿੰਗ ਵੱਲ ਜਾ ਰਹੇ ਹੋ? ਆਫ ਰੋਡਿੰਗ ਤਾਂ ਹਰ ਸੰਡੇ ਜੋ ਕਰ ਲਈਦੀ ਹੈ, ਪਰ ਮੈਂ ਨਹੀਂ ਮੰਨਦੀ ਕਿ ਉਹ ਇੱਕ ਲੰਬੇ ਅਰਸੇ ਲਈ ਇੱਕ ਵੋਕੇਸ਼ਨ ਹੋ ਸਕਦੀ ਹੈ। ਜੀ ਬਿਲਕੁਲ। ਜਿੱਥੇ ਰਹੀ ਰਾਜਨੀਤੀ ਦਾ ਸਵਾਲ, ਦੇਖੋ ਜੀ, ਸਿਆਸਤ ਤੇ ਰਾਜਨੀਤੀ ਆਪਣੇ ਸਾਰਿਆਂ 'ਚ ਹੈ। ਤੁਹਾਡੇ ਆਫਿਸ ਵੀ ਹੋਊਗੀ ਰਾਜਨੀਤੀ, ਮਤਲਬ ਇੱਕ ਤਾਂ ਆਪਾਂ ਹੁੰਦੀ ਜਿਹੜੀ ਵੋਟਾਂ ਲਈ ਰਾਜਨੀਤੀ ਹੁੰਦੀ ਹੈ, ਵੀ ਤੁਸੀਂ ਖੜੇ ਹੋ ਤੇ ਤੁਹਾਨੂੰ ਲੋਕ ਵੋਟ ਪਾਉਣ। ਇੱਕ ਹੁੰਦੀ ਜਿਹੜੀ ਰਾਜਨੀਤੀ, ਜਿਹੜੀ ਸਿਆਸਤ ਹੈ, ਜਿਹੜੀ ਡੇ ਟੂ ਡੇ ਐਕਟੀਵਿਟੀਜ਼ ਹੁੰਦੀ ਹੈ। ਹਰ ਘਰ 'ਚ ਸਿਆਸਤ ਹੈ, ਹਰ ਦਫ਼ਤਰ 'ਚ ਸਿਆਸਤ ਹੈ, ਹਰ ਕਲਾਸ ਸਿਆਸਤ ਹੈ। ਉਹ ਤਾਂ ਆਪਣਾ ਐਜ਼ ਮਨੁੱਖ ਹੋਣ ਦੇ ਨਾਤੇ ਇੱਕ ਸਾਡਾ ਅੰਦਰੂਨੀ ਹਿੱਸਾ ਹੈ। ਬਿਲਕੁਲ। ਤੇ ਜਿਵੇਂ ਤੁਸੀਂ ਜਿਹੜਾ ਪੋਲਿਟਿਕਸ ਸ਼ਬਦ ਵੀ ਹੈ ਨਾ, ਉਹ ਜਿਹੜਾ ਉਹਦਾ origin ਹੈ ਲੈਟਿਨ 'ਚ ਪੋਲਿਸ। ਮੈਂ ਮਾਸਟਰ ਕੀਤੀ ਹੋਈ ਹੈ ਪੋਲੀਟੀਕਲ ਸਾਇੰਸ 'ਚ। ਸਭ ਤੋਂ ਪਹਿਲਾ ਜਿਹੜਾ ਸ਼ਬਦ ਹੈ, ਪਹਿਲਾ ਚੈਪਟਰ ਉਹੀ ਹੈ ਪੋਲਿਸ, ਮਤਲਬ ਅਬਾਊਟ ਪੀਪਲ, ਟੂ ਡੂ ਵਿਦ ਪੀਪਲ। ਜਦ ਵੀ ਲੋਕ ਹੋਣਗੇ ਉੱਥੇ ਪੋਲਿਟਿਕਸ ਹੋਊਗੀ। ਸੋ ਮੈਨੂੰ ਨਹੀਂ ਲੱਗਦਾ ਕਿ ਪੋਲਿਟਿਕਸ ਕੋਈ ਖਰਾਬ ਚੀਜ਼ ਹੈ, ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਵੋਟਾਂ ਵਾਲੀ ਪੋਲਿਟਿਕਸ ਹੈ, ਜਿਹੜੀ ਇਲੈਕਟਰਲ ਪੋਲਿਟਿਕਸ 'ਚ ਹੈ, ਉਸ 'ਚ ਸਾਰਿਆਂ ਨੂੰ ਹੋਣਾ ਚਾਹੀਦਾ ਹੈ, ਪੱਤਰਕਾਰਾਂ ਨੂੰ ਵੀ, ਡਾਕਟਰਾਂ ਨੂੰ ਵੀ, ਵਕੀਲਾਂ ਨੂੰ ਵੀ, ਤੇ ਉਹ ਲੋਕਾਂ ਨੂੰ ਵੀ ਜਿਹੜੇ ਕੁਝ ਨਹੀਂ ਕਰਦੇ। ਅਧਿਕਤਰ ਤੌਰ ਤੇ ਸਾਡੇ ਜਿਹੜੇ ਬੰਦੇ ਨੇ ਸਾਰੇ ਉਹ ਟਾਈਪ ਦੇ ਲੋਕ ਹੈ ਕਿ ਜਿਹੜੇ ਪ੍ਰੋਫੈਸ਼ਨਲ ਬੈਕਗ੍ਰਾਉਂਡ ਤੋਂ ਨਹੀਂ ਆਉਂਦੇ, ਤੇ ਸ਼ਾਇਦ ਫਿਰ ਇਹੀ ਇੱਕ ਸਿਆਸਤ ਦੀ ਇਮੇਜ ਬਣ ਜਾਂਦੀ ਹੈ ਕਿ ਬਈ ਇਹੋ ਜਿਹੇ ਮਤਲਬ ਸਿਆਸਤ 'ਚ ਸਾਨੂੰ ਆਉਣਾ ਨਹੀਂ ਚਾਹੀਦਾ। ਕਿਉਂ ਰੁਕਾਵਟ ਬਣੀ ਹੋਈ ਹੈ? ਨਾਰਮਲ ਜਿਹੜੇ ਪੜ੍ਹੇ ਲਿਖੇ ਲੋਕ ਹੈ ਉਹ ਸਿਆਸਤ 'ਚ ਨਾ ਆਉਣ, ਕਿਉਂਕਿ ਇਹ ਪਰਸੈਪਸ਼ਨ ਹੈ। ਬਿਲਕੁਲ ਹੈਗੀ ਹੈ ਜੀ। ਸਿਆਸਤ ਜਿਹੜੇ ਹੁੰਦੇ ਉਹ ਤਾਂ ਮਤਲਬ ਇੱਕ ਅੱਡ ਤਰੀਕੇ ਦੇ ਲੋਕ ਹੁੰਦੇ ਆ, ਪੈਸੇ ਵਾਲੇ ਆ ਜਾਂ ਤੱਕੜ। ਸਾਡੇ ਵਰਗੇ ਲੋਕ ਸਿਆਸਤ 'ਚ ਨਹੀਂ ਆਉਣਗੇ, ਫਿਰ ਸਾਡੇ ਵਰਗੇ ਲੋਕ ਜਿਹੜੇ ਪੜ੍ਹੇ ਲਿਖੇ ਹੈ ਉਹ ਫਿਰ ਕਿਉਂ ਉਮੀਦ ਕਰਦੇ ਆ ਕਿ ਕੋਈ ਬਦਲਾਅ ਹੋਊਗਾ? ਚਲੋ ਕਰਾਂਗੇ ਬਦਲਾਅ ਤਾਂ ਅਸੀਂ ਆਪੇ ਕਰਨਾ। ਲੋਕ ਨਹੀਂ ਕਦੇ, ਲੀਡਰ ਕਦੇ ਕਿਸੇ ਨੂੰ ਚੰਗਾ ਜਾਂ ਬਿਹਤਰ ਨਹੀਂ ਕਰ ਸਕਦੇ, ਲੋਕ ਕਰ ਸਕਦੇ ਹੈ। ਪਰ ਆਪਣਾ ਲੀਡਰ ਉਸ ਤਰੀਕੇ ਦਾ ਚੁਣ ਕੇ ਜਿਹੜਾ ਉਹ ਬਿਹਤਰੀ ਕਰਨ ਤੇ ਮਜਬੂਰ ਹੋਵੇ। ਜੀ ਬਿਲਕੁਲ। ਤੇ ਬਹੁਤ ਸਾਰੇ ਲੋਕ ਜਦੋਂ ਹੀ ਵੋਟਾਂ ਵਾਲੀ ਲਾਈਨ 'ਚ ਆਏ ਤਾਂ ਉਹਨਾਂ ਨੇ ਆਪਣੀ ਫੀਲਡ ਛੱਡਤੀ। ਗੌਰਮੈਂਟ ਨੇ ਇਲੈਕਸ਼ਨਾਂ ਲੜੀਆਂ, ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ, ਇੰਡਸਟਰੀ ਦੇ ਲੋਕਾਂ ਨੇ ਲੜੀਆਂ, ਗਾਉਣ ਵਾਲਿਆਂ ਨੇ ਲੜੀਆਂ, ਜਾਂ ਹੋਰ ਫੀਲਡ ਦੇ ਲੋਕਾਂ ਨੇ ਲੜੀਆਂ। ਉਹ ਆਪਦੇ ਫੀਲਡ 'ਚ ਵਾਪਸ ਨਹੀਂ ਜਾ ਸਕੇ। ਉਹ ਇੱਕ ਤਰ੍ਹਾਂ ਨਾਲ ਅਲੋਪ ਹੋ ਗਏ। ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਉਹਨਾਂ ਨੇ ਫੀਲਡ ਛੱਡਤੇ, ਜਾਂ ਸਿਆਸਤ ਨੇ ਉਹਨਾਂ ਤੋਂ ਲੋਕਾਂ ਦੇ ਵਿੱਚ, ਜਾਂ ਉਹ ਪ੍ਰਪੇਅਰ ਹੋ ਕੇ ਨਹੀਂ ਆਏ। ਤੁਸੀਂ ਦੋਵੇਂ ਖੇਤਰਾਂ ਦੇ ਵਿੱਚ ਹਜੇ ਵੀ ਐਕਟਿਵ ਹੋ। ਕੁੜੀਆਂ ਨੂੰ ਚੜ੍ਹਦੀ ਕਲਾ 'ਚ ਰਹਿਣ ਲਈ, ਜਾਂ ਇੱਕ ਨੌਜਵਾਨ ਪੀੜ੍ਹੀ ਨੂੰ ਚੜ੍ਹਦੀ ਕਲਾ 'ਚ ਰਹਿਣ ਲਈ, ਜਿਵੇਂ ਤੁਸੀਂ ਪਰਿਵਾਰ ਵੀ ਦੇਖ ਰਹੇ ਹੋ, ਸਿਆਸਤ ਦੇ ਵਿੱਚ ਵੀ ਕਹਿ ਸਕਦੇ ਕਿ ਇੱਕ ਪ੍ਰੈਸ਼ਰ ਗਰੁੱਪ ਦੇ ਰੂਪ 'ਚ ਐਕਟਿਵ ਹੋ, ਆਪਦੀ ਫਿਲਮ ਇੰਡਸਟਰੀ ਦੇ ਕੰਮ ਵੀ ਕਰ, ਇਹ ਸਾਰਾ ਕੁਝ ਮੈਨੇਜ ਕਿਵੇਂ ਕਰ ਰਹੇ ਹੋ? ਕਿ ਚੜ੍ਹਦੀ ਕਲਾ ਦੇ ਰੰਗਾਂ 'ਚ ਕਿਵੇਂ ਹੋ? ਉਹ ਤਾਂ ਜੀ ਇੱਕ ਰਵੱਈਆ ਹੈ ਤੁਹਾਡਾ, ਉਹ ਤੁਹਾਡਾ ਐਟੀਟਿਊਡ ਹੈ ਜੀ। ਜੋ ਤੁਹਾਡਾ ਐਟੀਟਿਊਡ ਰਹੂਗਾ ਉਸ ਦੇ ਮੁਤਾਬਕ ਤੁਹਾਡੀ ਸਾਰੀ ਚੀਜ਼ਾਂ ਹੋਣਗੀਆਂ। ਤੁਹਾਡਾ ਰਵੱਈਆ ਹੀ ਹੈ ਕਿ ਮੈਂ ਤਾਂ ਇੱਕੋ ਹੀ ਕੰਮ ਕਰ ਸਕਦੀ ਹਾਂ, ਫਿਰ ਤਾਂ ਇੱਕੋ ਹੀ ਰਹਿਣਾ ਹੈ। ਪਰ ਰਹੀ ਗੱਲ ਜਿਹੜੀ ਸਿਆਸਤ 'ਚ ਵਾਪਸ ਆਉਣ ਦੀ, ਕਿ ਬਈ ਲੋਕ ਜਿਹੜੇ ਕਲਾਕਾਰ ਫੀਲਡ ਤੋਂ ਆਉਂਦੇ ਨੇ ਤੇ ਜੋ ਸਿਆਸਤ ਜਾਣ, ਫਿਰ ਉਹ ਸ਼ਾਇਦ ਉਹਨਾਂ ਦੀ ਕਲਾ ਤੇ ਕੋਈ ਅਸਰ ਪੈਂਦਾ ਹੈ।
ਉਹਦੇ ਦੋ ਤਿੰਨ ਕਾਰਨ ਹੋ ਸਕਦੇ ਆ, ਜੀ ਪਰ ਮੇਨ ਮੁੱਦਾ ਇਹ ਹੈ ਕਿ ਤੁਸੀਂ ਇੱਕ ਡਾਕਟਰ ਦਾ ਜੇ ਤੁਸੀਂ ਐਗਜ਼ਾਮਪਲ ਲਓ, ਜੀ ਡਾਕਟਰ ਧਰਮਵੀਰ ਗਾਂਧੀ ਜਿਹੜੇ ਆਪਣੇ ਪਟਿਆਲੇ ਦੇ ਨੇ, ਹਾਂ ਬਿਲਕੁਲ ਬਿਲकुल ਉਹ ਕਿੰਨੇ ਐਕਟਿਵ ਨੇ, ਐਕਟਿਵ ਅੱਜ ਵੀ ਉਹਨਾਂ ਨੇ, ਮੈਂ ਕਿਧਰੇ ਪੜਿਆ ਸੀਗਾ ਚੰਨੀ ਸਾਹਿਬ ਨੂੰ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਸਪੋਰਟ ਕਰ ਰਹੇ ਆ ਮੌਕੇ ਤੇ। ਚੰਨੀ ਸਾਹਿਬ ਨੂੰ ਵੀ ਕਰ ਰਹੇ ਹੋ ਤਾਂ ਨਹੀਂ, ਉਹ ਕਹਿੰਦੇ ਮੈਂ ਨਵਜੋਤ ਸਿੰਘ ਸਿੱਧੂ ਦੀ ਸਪੈਸ਼ਲ ਸਪੋਰਟ ਤੇ ਆਇਆ, ਮੈਂ ਕਾਂਗਰਸ ਨਹੀਂ ਆ। ਪਰ ਮੈਂ ਕੋਈ ਬਿਆਨ ਪੜਿਆ ਸੀਗਾ ਕਿ ਕਹਿੰਦੇ ਸੀ ਕਿ ਮੈਂ ਭਦੌੜ ਚ ਵੀ ਗੇੜਾ ਕੱਢ ਕੇ ਗਏ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਭਦੌੜ ਹਲਕੇ ਦੇ ਵਿੱਚ ਉਹਨਾਂ ਨਾਲ ਗੇੜਾ ਕੱਢਿਆ, ਉੱਥੇ ਮੈਂ ਪੜਿਆ ਸੀਗਾ। ਤੇ ਜੇ ਹੁਣ ਤੁਸੀਂ ਕਹੋਗੇ ਕਿ ਡਾਕਟਰ ਸਾਹਿਬ ਸਿਆਸੀ ਨਹੀਂ ਹੈਗੇ, ਜੀ ਬਿਲਕੁਲ ਸਿਆਸੀ ਨੇ, ਮੈਂ ਤਾਂ ਮਤਲਬ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਹੈ, ਪਰ ਉਹ ਡਾਕਟਰ ਵੀ ਬਹੁਤ ਵਧੀਆ ਨੇ, ਜਿਹੜਾ ਪਬਲਿਕ ਚ ਉਹਨਾਂ ਪ੍ਰਤੀ ਪਿਆਰ ਹੈ ਹਾਂਜੀ ਉਹ ਬਹੁਤ ਜ਼ਿਆਦਾ ਹੈ। ਅੱਜ ਵੀ ਜੇ ਉਹ ਪਟਿਆਲੇ ਹਲਕੇ ਚ ਖੜੇ ਹੋ ਜਾਣ, ਮਤਲਬ ਕੋਈ ਮੁਕਾਬਲਾ ਹੀ ਨਹੀਂ ਹੈ। ਮੈਂ ਇਹ ਬੜੀ ਸੋਚ ਕੇ ਗੱਲ ਕਹਿ ਰਹੀ, ਕਿਉਂਕਿ ਮੁਕਾਬਲਾ ਜਿਸ ਤਰੀਕੇ ਦਾ ਹੁਣ ਖੜਾ ਹੋਇਆ ਪੰਜਾਬ ਚ ਪਟਿਆਲੇ, ਜੀ ਡਾਕਟਰ ਸਾਹਿਬ ਖੜੇ ਹੋ ਜਾਂਦੇ ਕੋਈ ਮੁਕਾਬਲਾ ਹੀ ਨਹੀਂ ਸੀਗਾ ਜੀ। ਪਰ ਇਸ ਲਈ ਨਹੀਂ ਕਿਉਂਕਿ ਉਹ ਸਿਆਸੀ ਨੇ, ਹਾਲਾਂਕਿ ਉਹ ਸਿਆਸੀ ਵੀ ਨੇ, ਇਸ ਲਈ ਕਿ ਉਹਨੇ ਬਹੁਤ ਭਲਾ ਕੀਤਾ ਐਜ਼ ਅ ਡਾਕਟਰ। ਬਿਲਕੁਲ ਲੋਕ ਆਪਣੇ ਪ੍ਰੋਫੈਸ਼ਨ ਚ ਜੀ ਨਾਮ ਕਮਾਉਂਦੇ ਨੇ, ਉਹਦੇ ਨਾਲ ਨਾਲ ਉਹ ਸਿਆਸਤ ਵੀ ਕਰ ਸਕਦੇ ਨੇ ਜੀ। ਤੇ ਬੜੇ ਨਾਮੀ ਵਕੀਲ ਨੇ ਜਿਹੜੇ ਅੱਗੇ ਜਾ ਕੇ ਸਿਆਸਤ ਚ ਆਪਣੀ ਕੰਟਰੀਬਿਊਸ਼ਨ ਰੱਖ ਚੁੱਕੇ ਨੇ। ਤੇ ਮੇਰਾ ਇਹ ਮੰਨਣਾ ਹੈ ਕਿ ਜੇ ਤੁਸੀਂ ਆਪਣੀ ਕਿਸੇ ਵੀ ਪ੍ਰੋਫੈਸ਼ਨਲ ਫੀਲਡ ਚ ਨਾਂ ਕਮਾਇਆ ਹੈ, ਕ੍ਰੈਡੀਬਿਲਿਟੀ ਕਮਾਈ ਹੈ, ਰਿਸਪੈਕਟ ਕਮਾਈ ਹੈ, ਉਹ ਤੁਹਾਨੂੰ ਬੈਨੀਫਿਟ ਹੀ ਕਰੂਗੀ ਸਿਆਸਤ ਚ ਜੀ। ਉਹ ਤੁਹਾਨੂੰ ਤੁਹਾਡੀ ਰੁਕਾਵਟ ਨਹੀਂ ਬਣੂਗੀ। ਪਰ ਇਹ ਸਭ ਡਿਪੈਂਡ ਕਰਦਾ ਹੈ ਕਿ ਜੇ ਤੁਸੀਂ ਪ੍ਰੋਫੈਸ਼ਨ ਪਰਸੂ ਕੀਤਾ, ਤੁਸੀਂ ਉੱਥੇ ਕੰਮ ਕੀ ਕੀਤਾ ਜੀ। ਬਿਲਕੁਲ ਕੀ ਰੈਪਿਊਟੇਸ਼ਨ ਕੀ, ਅਲਟੀਮੇਟਲੀ ਰੈਪਿਊਟੇਸ਼ਨ ਤੇ ਗੱਲ ਆ ਜਾਂਦੀ ਹੈ ਸਾਰੀ ਭਾਜੀ। ਆਉਂਦੀ ਹੈ ਗੱਲ ਤਾਂ ਤੁਹਾਡੇ ਬਾਰੇ ਮੈਂ ਇਹ ਨਹੀਂ ਕਹੂੰਗੀ ਕਿ ਬਈ ਸਮਾਜ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਆਪਣੇ ਆਪ ਨੂੰ ਹੁਣ ਕੰਟਰਡਿਕਟ ਕਰ ਰਹੀ ਹੈ ਮੈਂ, ਸਮਾਜ ਕੀ ਕਹਿੰਦਾ ਇਹ ਤੁਹਾਡੇ ਐਕਸ਼ਨਸ ਨੂੰ ਡਿਫਾਈਨ ਨਹੀਂ ਕਰ ਸਕਦਾ, ਪਰ ਤੁਹਾਡੇ ਐਕਸ਼ਨਸ ਕੀ ਨੇ ਉਹਦੇ ਬੇਸਿਸ ਤੇ ਸਮਾਜ ਤੁਹਾਡੇ ਬਾਰੇ ਚਰਚਾ ਜ਼ਰੂਰ ਕਰ ਸਕਦਾ ਹੈ ਜੀ 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 ਬਿਲਕੁਲ। ਅੱਛਾ, ਅੱਜ ਕੱਲ ਆਪੋਜ਼ਿਟ ਹੈ ਜੀ, ਅੱਜ ਕੱਲ ਇੱਕ ਹੋ ਗਿਆ ਕਿ ਸਟ੍ਰੈਸ ਬਹੁਤ ਹੈ, ਪ੍ਰੈਸ਼ਰ ਬਹੁਤ ਹੈ, ਹਰ ਫੀਲਡ ਦਾ ਇੱਕ ਪ੍ਰੈਸ਼ਰ ਹੈ। ਤੁਸੀਂ ਤਿੰਨ ਫੀਲਡਾਂ ਦੇ ਵਿੱਚ, ਇੱਕ ਕਬੀਲਦਾਰੀ ਵੀ ਫੀਲਡ ਹੁੰਦਾ ਹੈ, ਘਰ ਵੀ ਇੱਕ ਫੀਲਡ ਹੈ, ਤੇ ਫਿਲਮ ਇੰਡਸਟਰੀ ਹੋ ਗਈ, ਤੁਸੀਂ ਐਕਟਿਵ ਹੋ, ਚਾਹੇ ਸਿਆਸਤ ਚ, ਵੋਟਾਂ ਵਾਲੀ ਰਾਜਨੀਤੀ ਚੋਂ, ਚਾਹੇ ਪ੍ਰੈਸ਼ਰ ਗਰੁੱਪ ਦੇ ਰੂਪ ਚੋਂ, ਸਾਰਾ ਕੁਝ ਜਦੋਂ ਪ੍ਰੈਸ਼ਰਾਈਜ਼ ਕਰਦਾ ਹੈ ਕਿਰਦਾਰ ਨੂੰ, ਉਹਨੂੰ ਮੈਨੇਜਮੈਂਟ ਕਿਵੇਂ ਰੱਖਦੇ ਤਾਂ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਸਾਡੀ, ਉਹ ਜਿੱਥੇ ਜਿੱਥੇ ਵੀ ਰਵੇ ਤੇ ਇੱਕੋ ਜੀ ਚਮਕਦੀ ਦਮਕਦੀ ਤੇ ਚੜ੍ਹਦੀ ਕਲਾ ਚ ਲੱਗੇ। ਭਾਜੀ ਉਹਦਾ ਨਾ ਇੱਕ ਬੜਾ ਮੈਂ ਸਿੰਪਲ ਨਹੀਂ ਕਹੂੰਗੀ, ਪਰ ਉਹ ਪ੍ਰੈਕਟਿਸ ਜੇ ਆਪਾਂ ਕਰੀਏ ਸਿੰਪਲ ਤਰੀਕਾ ਹੈ ਜੀ। ਜਦੋਂ ਆਪਾਂ ਸਕੂਲ ਚ ਹੁੰਦੇ ਆ, ਕਾਲਜ ਚ ਹੁੰਦੇ ਆ ਨਾ, ਇੱਕ ਟਾਈਮ ਟੇਬਲ ਹੁੰਦਾ ਆਪਾਂ ਕੋਲ, ਤੇ ਜੇ ਤੁਸੀਂ ਪੋਲੀਟੀਕਲ ਸਾਇੰਸ ਦੀ ਕਲਾਸ ਚ ਹੁੰਦੇ ਹੋ, ਫਿਰ ਆਪਾਂ ਤੁਸੀਂ ਇਕਨੋਮਿਕਸ ਨਹੀਂ ਕਰਦੇ ਉਸ ਕਲਾਸ ਚ। ਕੀ ਬਾਤ ਜੀ। ਤੇ ਜਦ ਮੈਥ ਦੀ ਕਲਾਸ ਹੁੰਦੀ ਹੈ, ਫਿਰ ਉਸ ਮੈਥ ਹੀ ਹੁੰਦਾ ਹੈ। ਤੇ ਇਹ ਜਿਹੜੀ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਕਿ ਤੁਸੀਂ ਮਾਈਂਡ ਦਾ ਇੱਕ ਪਹਿਲੂ ਬੰਦ ਕਰਕੇ ਇੱਕ ਚੀਜ਼ ਤੇ ਫੋਕਸ ਕਰੋ ਜੀ ਉਸ ਸਮੇਂ ਚ। ਜਿਵੇਂ ਹੁਣ ਹਾਲਾਂਕਿ ਉਹ ਮੈਨੂੰ ਫੋਨ ਜ਼ਰੂਰੀ ਲੈਣਾ ਪਿਆ ਕਿਉਂਕਿ ਬੱਚੇ ਦੀ ਕਲਾਸ ਚੋਂ, ਮਤਲਬ ਬੱਚੇ ਨੂੰ ਸੱਟ ਲੱਗ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਹਾਂਜੀ ਬਿਲਕੁਲ। ਪਰ ਨਾਰਮਲੀ ਮੇਰੇ ਲਈ ਹੁਣ ਇਸ ਸਮੇਂ ਇਸ ਮੋਮੈਂਟ ਚ ਸਿਰਫ ਤੁਸੀਂ ਤੇ ਮੈਂ, ਹੋਰ ਕੋਈ ਚੀਜ਼ ਮੈਟਰ ਨਹੀਂ ਕਰਦੀ ਮੈਨੂੰ। ਇਹ ਆਪਾਂ ਜਿਹੜੀ ਗੱਲਬਾਤ ਕਰ ਰਹੇ ਇਹ ਮੈਟਰ ਕਰਦੀ ਹੈ। ਅੱਗ ਲੱਗ ਜਾਏ ਮਤਲਬ ਕੋਈ ਫਰਕ ਹੀ ਨਹੀਂ ਪੈਂਦਾ। ਮਤਲਬ ਮੇਰੇ ਘਰ ਚ ਲੱਗੇ ਫਿਰ ਤਾਂ ਪ੍ਰੋਬਲਮ ਹੈ, ਮੈਨੂੰ ਜਾ ਕੇ ਜਾਣੀ ਪਊਗੀ। ਪਰ ਜੇ ਕਿਸੇ ਹੋਰ ਜਗ੍ਹਾ ਕੁਝ ਹੋ ਰਿਹਾ ਹੈ, ਮੈਂ ਨਹੀਂ ਕਰਨਾ ਕਿ ਮਤਲਬ ਮੈਂ ਹੁਣ ਟਵਿੱਟਰ ਚੈੱਕ ਕਰਾਂ, ਟਵਿੱਟਰ ਤੇ ਕੀ ਹੋ ਰਿਹਾ, ਅੱਜ ਕੀ ਹੋ ਗਿਆ, ਕਿਹਨੇ ਕੀ ਬਿਆਨ ਦਿੱਤਾ। ਇਹਨੂੰ ਮੇਰੇ ਕਹਿਣ ਦਾ ਮਤਲਬ ਸਿੰਪਲ ਇਹ ਹੈਗਾ ਕਿ ਕੰਪਾਰਟਮੈਂਟਲਾਈਜੇਸ਼ਨ। ਸਾਡੀ ਲਰਨਿੰਗ ਮੈਕਸਿਮਮ ਕਦ ਹੁੰਦੀ ਹੈ? ਸਕੂਲ ਚ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਲਰਨਿੰਗ ਗ੍ਰਾਫ ਹੁੰਦਾ ਹੈ ਉਹ ਕਾਲਜ ਜਾ ਕੇ ਥੋੜਾ ਜਿਹਾ ਘਟ ਜਾਂਦਾ ਹੈ। ਜਿਹੜੀ ਕਪੈਸਿਟੀ ਆਪਣੀ ਲਰਨ ਕਰਨ ਦੀ ਹੁੰਦੀ ਹੈ ਨਾ, ਉਹ ਮੈਕਸਿਮਮ ਸਕੂਲਿੰਗ ਚ ਹੁੰਦੀ ਹੈ। ਬਿਲਕੁਲ ਬਿਲਕੁਲ। ਉਹਦਾ ਤਰੀਕਾ ਜਿਹੜਾ ਡਿਵਾਈਸ ਕੀਤਾ ਗਿਆ ਇੰਨੇ ਸਾਲਾਂ ਚੋਂ, ਕਿ ਜੇ ਅਸੀਂ ਟਾਈਮ ਨੂੰ ਵੰਡੀਏ ਚੰਗੀ ਤਰ੍ਹਾਂ ਤੇ ਉਹਦੇ ਅਨੁਸਾਰ ਅਸੀਂ ਉਹ ਕੰਮ ਕਰੀਏ, ਕਲਾਸਿਸ ਵੀ ਹੋਣ, ਗੇਮਸ ਕਲਾਸਿਸ ਵੀ ਹੋਣ, ਪੀਟੀ ਵੀ ਹੋਵੇ, ਸਭ ਕੁਝ ਹੋਵੇ। ਖਾਸ ਤੌਰ ਤੇ ਜਿਹੜੇ ਹੋਸਟਲ ਹੁੰਦੇ ਆ, ਬੋਰਡਿੰਗ ਸਕੂਲ, ਜਿਵੇਂ ਪੀਪੀਐਸ ਨਾਭਾ ਵਗੈਰਾ, ਵਾਈਪੀਐਸ ਲੈ ਲਓ, ਉਹਨਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੁਛ ਨਾ ਕੁਛ ਡਿਮਾਰਕੇਟਡ ਹੈ ਜੀ। ਬਿਲਕੁਲ। ਤੇ ਮੈਂ ਆਪਣਾ ਜਿਹੜਾ ਮੇਰਾ ਸੋਲੂਸ਼ਨ ਹੈ ਉਹ ਹੈ ਕਿ ਮੈਂ ਹਾਈਐਸਟ ਪ੍ਰੋਡਕਟਿਵਿਟੀ ਤਦੋਂ ਮਹਿਸੂਸ ਕਰਦੀ ਹਾਂ ਜਦ ਮੈਂ ਆਪਣੇ ਟਾਈਮ ਨੂੰ ਡਿਮਾਰਕੇਟ ਕਰ ਸਕਦੀ ਹਾਂ ਜੀ। ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਫਿਰ ਮੈਂ ਹਰ ਕਿਰਦਾਰ ਦੇ ਕਰਨੀ ਜਸਟਿਸ ਦੀ, ਮਤਲਬ ਨਿਆਂ ਕਰ ਸਕਦੀ ਹਾਂ ਪ੍ਰੋਪਰਲੀ, ਕਿ ਬਈ ਅੱਜ ਮੈਂ ਸਮਾਂ ਕੱਢਿਆ ਹੈ, ਇਸ ਚ ਮੈਂ ਆਹੀ ਕਰਨਾ ਹੈ, ਇਹ ਸਮੇਂ ਚ ਮੈਂ ਆਪਣੀ ਕਿਤਾਬ ਲਿਖਣੀ ਹੈ, ਇਹ ਸਮੇਂ ਚ ਮੈਂ ਆਪਣੀ ਵਕਾਲਤ ਕਰਨੀ ਹੈ, ਇਹ ਸਮੇਂ ਚ ਮੈਂ ਆਪਣੀ ਬੇਟੇ ਨਾਲ ਰਹਿਣਾ ਹੈ। ਤੇ ਜੇ ਉਹ ਓਵਰਲੈਪ ਹੋ ਗਿਆ ਫਿਰ ਗਾਹ ਪੈ ਜਾਂਦਾ ਹੈ।
ਫਿਰ ਗਾਹ ਪੈਣਾ। ਕੰਪਾਰਟਮੈਂਟਲਾਈਜੇਸ਼ਨ ਜਿਹੜੀ ਆਪਾਂ ਸਕੂਲ ਕਾਲਜ ਕਰਦੇ ਸੀਗੇ, ਵੀ ਟਾਈਮ ਟੇਬਲ ਕਹਿ ਲਓ ਤੁਸੀਂ, ਹਾਂਜੀ ਹਰ ਹਾਂਜੀ ਚੀਜ਼ ਦਾ ਬਹੁਤ ਜ਼ਰੂਰੀ ਹੈ। ਲੋਕੀ ਕਹਿੰਦੇ ਕਿ ਅਸੀਂ ਇੰਨੇ ਬਿਜ਼ੀ ਹੁੰਨੇ ਆ, ਅਸੀਂ ਫਿਟਨੈਸ ਨੂੰ ਪਰਸੂ ਨਹੀਂ ਕਰ ਸਕਦੇ। ਬਈ ਫਿਟਨੈਸ ਨਹੀਂ ਕਰੋਗੇ ਫਿਰ ਬਿਮਾਰੀਆਂ ਹੋ ਜਾਣਗੀਆਂ। ਹਾਂਜੀ गेम ਬਿਲਕੁਲ नहीं खेलोगे, कसरत नहीं करोगे, एक्सरसाइज नहीं करोगे, वर्जिश नहीं करोगे, जी फिर डायबिटीज हो जाएगी, हाइपरटेंशन हो जाएगी। जी ਤੇ ਉਹ ਵੀ ਟਾਈਮ ਕੱਢਣਾ ਹੈ ਨਾ। ਕਿਉਂ ਅਸੀਂ ਛੋਟੇ ਹੁੰਦੇ ਟਾਈਮ ਕੱਢ ਸਕਦੇ, ਫਿਰ ਇੰਨਾ ਪ੍ਰੈਸ਼ਰ ਹੋ ਜਾਂਦਾ ਹੈ। ਪ੍ਰੈਸ਼ਰ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਆਪਣੇ ਟਾਈਮ ਨੂੰ ਮੈਨੇਜ ਨਹੀਂ ਕਰ ਸਕਦੇ। बिल्कुल बिल्कुल सही गल ਅਸੀਂ ਸਾਰੀ ਸਾਰੀ ਜੜੀ ਪ੍ਰੋਬਲਮ ਦੀ ਟਾਈਮ ਮੈਨੇਜਮੈਂਟ ਹੈ। ਜੀ। ਅੱਛਾ ਪੰਜਾਬ ਤੁਸੀਂ ਆਉਂਦੇ ਰਹੇ ਹੋ ਤੇ ਲਗਾਤਾਰ ਆਉਂਦੇ ਰਹਿੰਦੇ ਹੋ, ਨਿਕਟ ਭਵਿੱਖ ਚ ਅਸੀਂ ਤੁਹਾਨੂੰ ਕਿੱਥੇ ਦੇਖਾਂਗੇ? ਸਕਰੀਨ ਤੇ ਛੇਤੀ ਦੇਖਾਂਗੇ? ਇਹ ਤੁਹਾਡੇ ਜਿਹੜੇ ਐਕਟਿਵ ਰਹਿੰਦੇ ਹੋ ਤੁਸੀਂ ਰਾਜਨੀਤੀ ਦੇ ਪੱਖ 'ਚ, ਪ੍ਰੈਸ਼ਰ ਗਰੁੱਪ ਦੇ ਰੂਪ 'ਚ, ਕਿੱਥੇ ਤੁਹਾਨੂੰ ਜਲਦੀ ਕੁਝ ਕਰਦੇ ਦੇਖਾਂਗੇ ਅਸੀਂ? ਦੇਖੀਏ ਫਿਲਮਾਂ ਤਾਂ ਆਉਂਦੀਆਂ ਰਹਿੰਦੀਆਂ ਕਿਉਂਕਿ ਉਹ ਤਾਂ ਅੱਜ ਤੁਸੀਂ ਕੰਮ ਕੀਤਾ 4 5 6 7 8 ਮਹੀਨਿਆਂ ਚ ਸੰਭਾਲ ਜਾਂਦਾ ਹੈ। ਤੇ ਮੈਨੂੰ ਲੱਗਦਾ ਹੈ ਕਿ ਰਾਜਨੀਤੀ ਚ ਵੀ ਪੰਜਾਬ ਨੂੰ ਬਿਹਤਰ ਕਰਨ ਦੀ, ਪੰਜਾਬ ਨੂੰ ਆਪਣੀ ਪੁਰਾਣੀ ਜਿਹੜੀ ਸ਼ੋਹਰਤ ਹੁੰਦੀ ਸੀ ਪੰਜਾਬ ਦੀ, ਹਾਂਜੀ ਉੱਥੇ ਤੱਕ ਲਿਜਾਣ ਦੀ ਬਹੁਤ ਜ਼ਰੂਰਤ ਹੈ। ਜ਼ਰੂਰਤ ਹੈ ਜਿਹੜੀ ਪੰਜਾਬ ਜਿਵੇਂ ਕਹਿੰਦੇ ਨਾ ਗਲੋਰੀ, ਜਿਹੜੀ ਪੰਜਾਬ ਦੀ ਜਿਹੜੀ ਇੱਕ ਪੰਜਾਬੀਅਤ ਹੈ, ਜਿਹੜੀ ਹੁਣ ਨਸ਼ਿਆਂ 'ਚ ਤੇ ਅੱਡ-ਅੱਡ ਲੋਕਾਂ ਨੂੰ ਮਤਲਬ ਵੰਡਣ ਦੇ ਤਰੀਕਿਆਂ 'ਚ ਇੱਕ ਤਰੀਕੇ ਨਾਲ ਖਤਮ ਹੀ ਹੁੰਦੀ ਜਾ ਰਹੀ ਹੈ। ਬਿਲਕੁਲ। ਤੇ ਮੈਨੂੰ ਲੱਗਦਾ ਹੈ ਪੰਜਾਬ ਨੂੰ ਬਹੁਤ 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 ਜ਼ਰੂਰੀ ਹੈ ਕਿ ਇੱਕ ਫੋਰਸ ਪੰਜਾਬ 'ਚ ਐਵੇਂ ਖੜੀ ਹੋਵੇ ਜਿਹੜੀ ਪੰਜਾਬ ਲਈ ਖੜੀ ਹੋਵੇ ਜੀ। ਪੰਜਾਬ ਦੇ ਫਿਊਚਰ ਲਈ ਕੰਮ ਕਰੇ। ਪੰਜਾਬ ਨੂੰ ਇੱਕ ਟੈਸਟ ਲੈਬੋਰੇਟਰੀ ਦੇ ਤੌਰ ਤੇ ਯੂਜ਼ ਨਾ ਕਰੀਏ ਕਿ ਵੀ ਅਸੀਂ ਇੱਥੇ ਸਟੇਟ ਸਰਕਾਰ ਬਣਾਵਾਂਗੇ ਫਿਰ ਦਿਖਾਵਾਂਗੇ, ਜਾਂ ਫਿਰ ਪੰਜਾਬ ਨੂੰ ਇੱਕ ਪੰਜਾਬ ਦੀਆਂ 13 ਸੀਟਾਂ ਲੋਕ ਸਭਾ ਚ ਉਹ ਸਾਡੇ ਕੰਨੀ ਹੈਲਪ ਹੋ ਜਾਣ, ਸਾਡੀ ਸਰਕਾਰ ਬਣ ਜੇ। ਇਸ ਤੌਰ ਤੇ ਨਹੀਂ, ਪੰਜਾਬ ਦੀ ਅਹਿਮੀਅਤ ਪੰਜਾਬ ਹੋਣੀ ਚਾਹੀਦੀ ਹੈ, ਨਾ ਕਿ ਇਹ ਕਿ ਬਈ ਪੰਜਾਬ ਚ 13 ਸੀਟਾਂ ਨਿਕਲਦੀਆਂ ਸਾਨੂੰ 4 ਮਿਲ ਜਾਣਗੀਆਂ, 5 ਮਿਲ ਜਾਣਗੀਆਂ ਤੇ ਅਸੀਂ ਪੰਜਾਬ ਚ ਸਰਕਾਰ ਬਣਾ ਕੇ ਦਿਖਾ ਦਾਂਗੇ ਅਸੀਂ ਕਿੰਨੀ ਵਧੀਆ ਸਰਕਾਰ ਬਣਾ ਸਕਦੇ ਹਾਂ। ਪੰਜਾਬ ਲਈ ਪੰਜਾਬ ਚ ਕੰਮ ਕਰਨਾ, ਨਿੱਜ ਛੱਡਣਾ ਪੈਣਾ ਪਾਰਟੀਆਂ ਨੂੰ ਵੀ ਤੇ ਲੋਕਾਂ ਨੂੰ ਵੀ। ਤੇ ਇਹੀ ਮਤਲਬ ਇਹ ਜਿਹੜਾ ਨਿਸਵਾਰਥ ਹੋ ਕੇ ਪੰਜਾਬ ਲਈ ਜਿਹੜੀ ਕੋਈ ਆਰਗੇਨਾਈਜੇਸ਼ਨ ਕੰਮ ਕਰ ਸਕਦੀ ਹੈ, ਸਿਆਸੀ ਦਲ ਹੋ ਸਕਦਾ ਹੈ, ਰਾਜਨੀਤਿਕ ਪਾਰਟੀ ਹੋ ਸਕਦੀ ਹੈ, ਅਲਟੀਮੇਟਲੀ ਜਿਹੜਾ ਕੰਮ ਹੈ ਨਾ ਉਹ ਤਾਂ ਪਾਰਟੀਆਂ ਨਹੀਂ ਕਰਨਾ, ਸਰਕਾਰ ਬਣਾ ਕੇ ਹੀ। ਆਮ ਆਦਮੀ ਪਾਰਟੀ ਚੋਂ ਤੁਸੀਂ ਪਿੱਛੇ ਆਏ ਹੋ, ਬਹੁਤ ਉਹਦਾ ਸਾਰੇ ਕਾਰਨ ਸੀਗਾ ਕਿ ਮੈਂ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀ ਹੋਈ ਸੀਗੀ ਜੀ। ਤੇ ਤੁਸੀਂ ਕਿਸੇ ਵੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਸੰਯੁਕਤ ਕਿਸਾਨ ਮੋਰਚੇ 'ਚ ਕੰਮ ਨਹੀਂ ਕਰ ਸਕਦੇ ਜੀ। ਤੇ ਜਿਹੜੀ ਮੇਰੀ ਇਹ ਤਾਂ ਮਤਲਬ ਕੌਨਫਲਿਕਟ ਹੋ ਜਾਂਦਾ ਹੈ ਨਾ ਕਿ ਤੁਸੀਂ ਮੈਂ ਤਾਂ ਮਤਲਬ ਦਸੰਬਰ 2020 ਚ ਮੇਰੀ ਸ਼ਮੂਲੀਅਤ ਸ਼ੁਰੂ ਹੋਈ ਸੀਗੀ। ਉਸ ਤੋਂ ਬਾਅਦ ਫਿਰ ਮੈਂ ਕੋਰ ਕਮੇਟੀ ਨਾਲ ਕੰਮ ਕੀਤਾ, ਦੱਲੇਵਾਲ ਸਾਹਿਬ ਨਾਲ ਕੰਮ ਕੀਤਾ, ਸਿਰਸਾ ਸਾਹਿਬ ਨਾਲ ਕੰਮ ਕੀਤਾ, ਤੇ ਫਿਰ ਮੈਂ ਕਿਸੇ ਪਾਰਟੀ ਦਾ ਹਿੱਸਾ ਬਣ ਕੇ ਉਹ ਕੰਮ ਨਹੀਂ ਕਰ ਸਕਦੀ, ਮੈਂ ਸ਼ਾਮਿਲ ਹੀ ਨਹੀਂ ਹੋ ਸਕਦੀ ਸੰਯੁਕਤ ਕਿਸਾਨ ਮੋਰਚੇ 'ਚ ਜੇਕਰ ਮੈਂ ਕਿਸੇ ਪਾਰਟੀ ਦਾ ਕਾਰਡ ਕੈਰੀ ਕਰਦੀ ਹਾਂ। ਤੇ ਜਿਹੜਾ ਮੇਰਾ ਫੋਕਸ ਸੀਗਾ, ਤੁਹਾਡਾ ਮੈਂ ਅਗਲੇ ਸਵਾਲ ਸ਼ਾਇਦ ਗੈਸ ਕਰ ਰਹੀ ਹਾਂ, ਮੇਰਾ ਫੋਕਸ ਪਿਛਲੇ ਪੂਰੇ ਸਾਲ ਸੰਯੁਕਤ ਕਿਸਾਨ ਮੋਰਚਾ ਸੀਗਾ। ਕਿਸਾਨ ਮੋਰਚੇ ਨੂੰ ਓਵਰਆਲ ਤੁਸੀਂ ਦੇਖਿਆ ਬਹੁਤ ਨੇੜਿਓਂ, ਦਿੱਲੀ ਦੀਆਂ ਬਰੂਹਾਂ ਤੇ ਲੜਿਆ ਗਿਆ, ਬਹੁਤ ਨੇੜਿਓਂ ਦੇਖਿਆ। ਸਾਡੀ ਪੀੜ੍ਹੀ ਦੀ ਸਭ ਤੋਂ ਵੱਡਾ ਸ਼ਾਂਤਮਈ ਤੇ ਸੰਘਰਸ਼ਮਈ ਤੇ ਜੋਸ਼ਮਈ ਇਹ ਅੰਦੋਲਨ ਸੀਗਾ। ਤੁਸੀਂ ਇਹਦੇ ਵਿੱਚੋਂ ਕੀ ਮਹਿਸੂਸ ਕੀਤਾ, ਜਿਹੜਾ ਵਿਸ਼ੇਸ਼ ਮਹਿਸੂਸ ਕੀਤਾ? ਜਿਹੜੀ ਸਭ ਤੋਂ ਜਿਹੜੀ ਵਿਸ਼ੇਸ਼ ਮਹਿਸੂਸ ਕਰਨ ਵਾਲੀ ਗੱਲ ਉਹ ਇਹ ਸੀ ਕਿ ਕਿਸੇ ਨੇ ਅਨੁਮਾਨ ਨਹੀਂ ਲਗਾਇਆ ਸੀਗਾ ਕਿ ਕਿੰਨੀ ਤਾਦਾਦ 'ਚ ਲੋਕ ਸ਼ਾਮਿਲ ਹੋ ਜਾਣਗੇ। ਦੇਖੋ ਜੀ, ਜਿਹੜੇ ਯੂਨੀਅਨ ਨੇ ਨਾ ਆਪਣੇ, ਜਿਵੇਂ BKU ਹੋਵੇ ਜਾਂ ਆਪਣਾ ਜਿਹੜੇ ਵੀ ਅੱਡ-ਅੱਡ ਪ੍ਰਕਾਰ ਦੇ ਆਪਣੇ ਜਿਹੜੇ ਯੂਨੀਅਨ ਨੇ, ਉਹਨਾਂ ਦੀਆਂ ਫਿਕਸ ਸਪੋਰਟ ਬੇਸਿਸ ਨੇ ਤੇ ਫਿਕਸ ਕਾਡਰ ਨੇ ਜੀ। ਪਰ ਜਿੰਨੀ ਤਾਦਾਦ 'ਚ ਲੋਕ ਪਹੁੰਚੇ ਉਹ ਕਾਡਰਾਂ ਤੋਂ ਕਿੱਥੇ ਜ਼ਿਆਦਾ ਸੀਗੇ। ਇਹਦਾ ਮਤਲਬ ਇਹ ਹੈ ਕਿ ਇੱਕ ਕਿਸਾਨ ਅੰਦੋਲਨ ਛੱਡ ਕੇ ਇੱਕ ਜਨ ਅੰਦੋਲਨ ਬਣ ਗਿਆ ਸੀਗਾ। ਜੀ ਬਿਲਕੁਲ। ਮੈਂ ਆਪਣਾ ਐਗਜ਼ਾਮਪਲ ਦਿੰਦੀ ਹਾਂ, ਮੈਂ ਆ ਕੇ ਕਿਉਂ ਸ਼ਾਮਲ ਹੋਈ। ਹਾਂ, ਮੈਂ ਕਿਸਾਨੀ ਪਰਿਵਾਰ ਤੋਂ ਹਾਂ ਜੀ, ਤੇ ਮੇਰੇ ਫਾਦਰ ਸਾਹਿਬ ਹੁਣ ਫੌਜ ਤੋਂ ਰਿਟਾਇਰ ਹੋ ਕੇ ਕਿਸਾਨੀ ਕਰਦੇ ਆ ਸਾਡੇ ਪਿੰਡ ਫਤਿਹਗੜ੍ਹ ਸਾਹਿਬ। ਪਰ ਮੈਨੂੰ ਲੱਗ ਰਿਹਾ ਸੀਗਾ ਕਿ ਮੈਨੂੰ ਲੱਗਿਆ ਕਿ ਬਈ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ, ਕਿ ਤੁਸੀਂ ਪਹਿਲਾਂ ਦਾ ਜਿਹੜੇ ਕਾਨੂੰਨ ਹੈ ਉਹ ਆਰਡੀਨੈਂਸ ਦੇ ਰੂਪ ਚ ਪਾਸ ਕੀਤੇ, ਫਿਰ ਤੁਸੀਂ ਧੱਕੇ ਨਾਲ ਪਾਰਲੀਮੈਂਟ ਚ ਪਾਸ ਕਰਤੇ, ਬਿਨਾਂ ਕੋਈ ਚਰਚਾ, ਬਿਨਾਂ ਡਿਸਕਸ਼ਨ, ਬਿਨਾਂ ਕੋਈ ਸਕਰੂਟਨੀ ਕਮੇਟੀ। ਤੇ ਫਿਰ ਜਦ ਲੋਕ ਆਪਣੇ ਅਧਿਕਾਰਾਂ ਲਈ ਸੜਕਾਂ ਤੇ ਆਏ ਹੈ, ਤੁਸੀਂ ਉਹਨਾਂ ਨੂੰ
ਬਦਨਾਮ ਕਰ ਰਹੇ ਹੋ, ਕਦੇ ਅੱਤਵਾਦੀ, ਕਦੇ ਵੱਖਵਾਦੀ, ਕਦੇ ਨਕਸਲ, ਕਦੇ ਕੁਛ। ਇਹ ਤਾਂ ਲੋਕਾਂ ਦਾ ਹੱਕ ਹੈ, ਅਸੀਂ ਜਮਹੂਰੀਅਤ 'ਚ ਹੈ, ਅਸੀਂ ਲੋਕਤੰਤਰ 'ਚ ਹੈ। ਜਿਹੜੀ ਕਿਸਾਨ ਅੰਦੋਲਨ ਦੀ ਜਿਹੜੀ એનર્ਜੀ ਸੀਗੀ ਜੀ, ਜਿਹੜੀ ਸਪੋਰਟ ਸੀਗੀ, ਪਹਿਲੀ ਵਾਰ ਪੰਜਾਬ ਇਕੱਠਾ ਹੋ ਕੇ ਜੀ, ਤੇ ਉਹਦੇ ਨਾਲ ਪੰਜਾਬ ਨੇ ਹਰਿਆਣੇ ਨੂੰ ਵੀ ਇਕੱਠਾ ਕਰ ਲਿਆ, ਪੂਰੇ ਹਰਿਆਣੇ ਨੂੰ। ਵੱਡਾ ਪੰਜਾਬ ਇਕੱਠਾ ਹੋਇਆ ਸੀ। ਮਤਲਬ ਸੱਚੀ ਜਿਹੜਾ ਕਿਸਾਨੀ ਦੇ ਮੁੱਦੇ ਤੇ ਇੰਨਾ ਕਿਸਾਨ ਇਕੱਠਾ ਹੋਇਆ, ਪਹਿਲੀ ਵਾਰ ਹੋਇਆ ਹੈ। ਸਾਂਝਾ ਪੰਜਾਬ ਇਕੱਠਾ ਹੋਇਆ, ਮੰਨ ਕੇ। ਤੇ ਮੇਰਾ ਇਹ ਮੰਨਣਾ ਹੈ ਕਿ ਉਹ ਜਿਹੜੀ ਉਹਦਾ ਜਿਹੜਾ ਮੇਨ ਰੀਜ਼ਨ ਸੀਗਾ, ਤੁਸੀਂ ਪੁੱਛਿਆ ਸੀਗਾ, ਜਿਹੜੀ ਵਿਸ਼ੇਸ਼ ਤੌਰ ਤੇ ਮੈਂ ਮਹਿਸੂਸ ਕੀਤੀ, ਉਹ ਸੀਗੀ ਕਿ ਲੋਕ ਸੱਚੀ ਆਪਣੇ ਹੱਕਾਂ ਲਈ ਆਏ ਸੀਗੇ ਸੜਕਾਂ ਤੇ। ਜੀ ਬਿਲਕੁਲ, ਲੋਕ ਬਿਲਕੁਲ। ਤੇ ਜਿਹੜੇ ਹਰਿਆਣੇ ਵਾਲੇ ਲੋਕਾਂ ਨੇ ਜਿਹੜਾ ਧੱਕਾ ਹੋਇਆ, ਉਹ ਤਾਂ ਮਤਲਬ ਕੁਝ ਹਿਸਾਬ ਹੀ ਨਹੀਂ ਹੈਗਾ। ਜਿਹੜੇ ਲਾਠੀ ਚਾਰਜ ਉੱਥੇ ਹੋਏ ਹੈ, ਜਿਹੜੇ ਜਿਵੇਂ ਉਹਨਾਂ ਦੀ ਸਟੇਟ ਗਵਰਨਮੈਂਟ ਨੇ ਉਹਨਾਂ ਨਾਲ ਕੀ ਕੀਤਾ ਹੈ। ਬਿਲਕੁਲ, ਸਿਆਸੀ SYL ਵੀ ਭਰੀ ਗਈ, ਜਿਹੜੀ ਇੱਕ ਸਿਆਸੀ SYL ਪੱਟੀ ਜਾਂਦੀ ਹੈ ਵੋਟਾਂ ਵੇਲੇ, ਉਹ ਵੀ ਭਰੀ ਗਈ ਹੈ। ਤੇ ਇਹ ਬਸ ਜਿਹੜੀ ਇਹ ਗੱਲ ਹੈ ਨਾ, ਮੈਨੂੰ ਲੱਗਦਾ ਇਹੀ ਸਭ ਤੋਂ ਜਿਹੜਾ ਜਜ਼ਬਾ ਸੀਗਾ ਅੰਦੋਲਨ ਦਾ, ਇੱਕ ਜਿਹੜਾ ਸ਼ੁਰੂ ਹੋਇਆ ਕਿਸਾਨੀ ਅੰਦੋਲਨ, ਪਰ ਬਣ ਗਿਆ ਇੱਕ ਜਨ ਅੰਦੋਲਨ। ਜਿਹੜੇ ਲੋਕ ਕਿਸਾਨੀ ਨਾਲ ਜੁੜੇ ਵੀ ਨਹੀਂ ਹੋਏ ਸੀਗੇ, ਉਹ ਸਾਰੇ ਰਲ ਗਏ ਵਿੱਚ ਇਸ ਅੰਦੋਲਨ ਦੇ। ਪੰਜਾਬ ਵਾਲੇ ਦਸਤਾਵੇਜ਼ ਨਹੀਂ ਬਣਾਉਂਦੇ ਹੁੰਦੇ, ਇਸ ਵਾਰ ਲਿਖਤਾਂ ਵੀ ਹੋਈਆਂ, ਵੀਡੀਓਗ੍ਰਾਫੀ ਦਾ ਵੀ ਸਮਾਂ ਸੀਗਾ ਕਿ ਪੰਜਾਬ 'ਚ ਅੰਦੋਲਨ ਹੋਇਆ, ਦੇਖਣ ਨੂੰ ਕੁਝ ਨਹੀਂ ਸੀ ਮਿਲਦਾ, ਲਿਖਤਾਂ ਵੀ ਐਡਿਟ ਹੋ ਜਾਂਦੀਆਂ ਸੀ। ਹੁਣ ਸਾਰਾ ਕੁਝ ਕੰਟੀਨਿਊ ਰਿਹਾ, ਬਹੁਤ। ਅੱਛਾ, ਮੈਂ ਤੁਹਾਨੂੰ ਇੱਥੋਂ ਅੱਗੇ ਲੈ ਕੇ ਚੱਲਦੇ ਹਾਂ। ਜਦੋਂ ਕੋਈ ਵੀ ਇਨਸਾਨੀ ਰੂਪ 'ਚ ਅਸੀਂ ਡਿਪਰੈਸ਼ਨ 'ਚ ਆ ਜਾਂਦੇ ਹਾਂ, ਜਾਂ ਸਕਸੈਸ ਨਹੀਂ ਹੁੰਦੇ ਫੀਲਡ, ਚਾਹੇ ਸਿਆਸਤ ਹੈ, ਫਿਲਮਾਂ ਦੀ ਲਾਈਨ ਹੈ, ਸਕਸੈਸ ਨਹੀਂ ਹੁੰਦੇ, ਤਾਂ ਬੰਦਾ ਥੱਕ ਹਾਰ ਜਾਂਦਾ ਹੈ, ਦਮਖਮ ਕਈ ਵਾਰੀ ਘਟ ਜਾਂਦਾ ਹੈ। ਕਮ ਬੈਕ ਕਰਨਾ ਇੱਕ ਫੇਲੀਅਰ ਚੋਂ, ਜਾਂ ਇੱਕ ਜਦੋਂ ਬੰਦਾ ਰੁਕਿਆ ਹੁੰਦਾ ਉਹ 'ਚ ਕਮ ਬੈਕ ਕਰਨ ਦੀ ਇੱਕ ਜਿਹੜੀ ਕਲਾ ਹੈ, ਜਾਂ ਕੀ ਚੀਜ਼ ਤੁਸੀਂ ਆਪਦੇ 'ਚ ਐਡ ਕੀਤੀ, ਜਾਂ ਕਿਹੜੀ ਚੀਜ਼ ਤੁਹਾਡੇ ਨੂੰ ਲੱਗਦਾ ਕਿ ਤੁਹਾਨੂੰ ਇਹਨਾਂ ਫੀਲਡਾਂ ਦੇ ਵਿੱਚ ਕਮ ਬੈਕ ਕਰਾਉਂਦੀ ਰਹੀ ਹੈ? ਕਿਉਂਕਿ ਹਰ ਬੰਦੇ ਦੇ ਜ਼ਿੰਦਗੀ 'ਚ ਰੁਕਾਵਟ ਵੀ ਆਉਂਦੀ ਹੈ, ਰੁਕਣਾ ਵੀ ਆਉਂਦਾ ਹੈ, ਫੇਲੀਅਰ ਵੀ ਆਉਂਦਾ ਹੈ। ਜੀ, ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜਿਹੜਾ ਸਕਸੈਸ ਦੀ ਡੈਫੀਨੇਸ਼ਨ ਹੁੰਦੀ ਹੈ ਨਾ, ਉਹ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ। ਜੀ, ਕੀ ਬਾਤ ਹੈ। ਕਿ ਬਈ ਸਕਸੈਸ ਦੀ ਜਿਹੜੀ ਪਰਿਭਾਸ਼ਾ ਹੁੰਦੀ ਹੈ, ਉਹ ਜੇ ਤੁਸੀਂ ਲੋਕਾਂ ਦੀ ਪਰਿਭਾਸ਼ਾ ਦੇ ਤੌਰ ਤੇ ਰੱਖੋ, ਫਿਰ ਤੁਸੀਂ ਉਹ ਸਕਸੈਸ ਨੂੰ ਟਰੂ ਸਕਸੈਸ ਦੇ ਮੀਨਿੰਗ ਤੇ ਇੰਜੋਏ ਨਹੀਂ ਕਰ ਸਕਦੇ। ਬਿਲਕੁਲ ਸਹੀ। ਸਕਸੈਸ ਉਹ ਹੁੰਦਾ ਜਿਹੜਾ ਤੁਹਾਡੇ ਆਪਣੇ ਡਿਫਾਈਨਡ ਟਰਮਸ ਤੁਹਾਨੂੰ ਮਿਲੇ। ਬਿਲਕੁਲ। ਤੇ ਜਦ ਤੁਸੀਂ ਸਕਸੈਸ ਆਪਣੇ ਟਰਮਸ ਡਿਫਾਈਨ ਕਰਦੇ ਹੋ, ਆਪਣੇ ਪੁਆਇੰਟ ਆਫ ਵਿਊ ਤੋਂ ਡਿਫਾਈਨ ਕਰਦੇ ਹੋ, ਆਪਣੇ ਨਜ਼ਰੀਏ ਤੋਂ ਡਿਫਾਈਨ ਕਰਦੇ ਹੋ, ਫਿਰ ਸਾਰੀਆਂ ਜਿਹੜੀਆਂ ਰੁਕਾਵਟਾਂ ਹੁੰਦੀਆਂ, ਜਿਹੜੇ ਸਾਰੇ ਸੈਟਬੈਕ ਹੁੰਦੇ ਆ, ਉਹ ਓਪਰਚੁਨਿਟੀਜ਼ ਬਣ ਜਾਂਦੀਆਂ, ਕੁਝ ਸਿੱਖਣ ਦਾ ਮੌਕਾ ਬਣ ਜਾਂਦਾ ਹੈ। ਤੇ ਮੈਨੂੰ ਲੋਕ ਅਕਸਰ ਪੁੱਛਦੇ ਆ ਕਿ ਤੁਸੀਂ ਪਹਿਲਾਂ ਚੋਣ ਤੇ ਤੁਸੀਂ ਹਾਰ ਗਏ, ਪਰ ਮੈਨੂੰ ਇੰਨਾ ਕੁਝ ਸਿੱਖਣ ਨੂੰ ਮਿਲਿਆ। ਜੀ, ਸ਼ਾਇਦ ਜੇ ਮੈਂ ਉਹ ਫੈਸਲਾ ਨਾ ਲਿੱਤਾ ਹੁੰਦਾ ਚੋਣ ਲੜਨ ਦਾ, ਮੇਰੀ ਲਾਈਫ 'ਚ ਇੱਕ ਬਹੁਤ ਜ਼ਰੂਰੀ ਲਰਨਿੰਗ ਚੈਪਟਰ ਸਕਿਪ ਹੋ ਜਾਣਾ ਸੀਗਾ। ਮੈਂ ਉਹ ਲਰਨਿੰਗ ਵਾਲੇ ਪੁਆਇੰਟ ਤੋਂ ਤੁਹਾਨੂੰ ਲਰਨਿੰਗ ਮੈਂ ਤੁਹਾਨੂੰ ਦੱਸਦੀ, ਲਰਨਿੰਗ ਕੀ ਸੀ। ਜਦ ਮੈਂ ਚੋਣ ਲੜਿਆ ਆਮ ਆਦਮੀ ਪਾਰਟੀ ਤੋਂ, ਚੰਡੀਗੜ੍ਹ ਹਲਕੇ ਤੋਂ, ਹਾਂਜੀ ਬਿਲਕੁਲ, ਉਸ ਸਮੇਂ 'ਚ ਆਮ ਆਦਮੀ ਪਾਰਟੀ ਇੱਕ ਬਹੁਤ ਹੀ अर्ਲੀ ਸਟੇਜ 'ਚ ਸੀਗੀ। ਬਿਲਕੁਲ, ਉਹਦੀ ਜਿਹੜੀ ਮਸ਼ੀਨਰੀ ਹੁੰਦੀ ਹੈ ਉਹ ਹਲੇ ਬਣ ਰਹੀ ਸੀ। ਬਿਲਕੁਲ, ਬੜੀਆਂ ਚੀਜ਼ਾਂ ਵਿੱਚ ਲੰਘਣਾ ਸੀ। ਕੈਂਪੇਨ ਮਸ਼ੀਨਰੀ, ਫੰਡ ਰੇਜ਼ਿੰਗ ਮਸ਼ੀਨਰੀ, ਪੋਲਿੰਗ ਬੂਥ ਵਾਲੇ ਦਿਨ ਦੀ ਜਿਹੜੀ ਪੋਲਿੰਗ ਡੇ ਵਾਲੀ ਮਸ਼ੀਨਰੀ ਹੈ, ਕਾਊਂਟਿੰਗ ਡੇ ਵਾਲੀ ਮਸ਼ੀਨਰੀ। ਜੇ ਅੱਜ ਮੈਂ ਤੁਹਾਨੂੰ ਕਿਸੇ ਵੀ ਪਾਰਟੀ ਤੋਂ ਚੋਣ ਲੜਾਂ, ਜਾਂ ਜਿਵੇਂ ਕਾਂਗਰਸ ਹੋ ਜਾਏ, ਅਕਾਲੀ ਦਲ ਹੋ ਜਾਏ, ਜਾਂ ਜਿਹੜੀ ਕੋਈ ਨਾਮੀ ਪਾਰਟੀਆਂ ਨੇ, ਉਹ ਸਾਰਿਆਂ ਦੇ ਪ੍ਰੋਸੈਸਿਸ ਆਲਰੇਡੀ ਬਣੇ ਹੋਏ ਹੈ। ਬਿਲਕੁਲ, ਤੁਸੀਂ ਉਹਨਾਂ ਨੂੰ ਨਾ, ਮਤਲਬ ਤੁਹਾਨੂੰ ਪਤਾ ਹੈ ਕਿ ਉਹਦਾ ਡਿਪਾਰਟਮੈਂਟ ਹੈ, ਬਿਗ ਫੰਡ ਰੇਜ਼ਿੰਗ ਦਾ ਡਿਪਾਰਟਮੈਂਟ ਹੈ, ਉਹ ਸਾਰੇ ਡਿਪਾਰਟਮੈਂਟ ਆਪੇ ਹੈਂਡਲ ਕਰ ਲੈਣਗੇ। ਪਰ ਜਦ ਸ਼ੁਰੂਆਤੀ ਫੇਜ਼ 'ਚ ਆਪਾਂ ਕੰਮ ਕਰਦੇ ਹਾਂ, ਸਾਨੂੰ ਸਾਰੇ ਡਿਪਾਰਟਮੈਂਟਸ ਆਪਣੇ ਕੈਂਪੇਨ ਦੇ ਆਪ ਸੈਟਅਪ ਕਰਨੇ ਪੈਂਦੇ ਆ ਤੇ ਆਪ ਚਲਾਉਣੇ ਪੈਂਦੇ ਜੀ। ਤੇ ਕਿਸ ਤਰੀਕੇ ਨਾਲ ਕੈਂਪੇਨ ਫਾਈਨੈਂਸ ਕੀਤਾ ਜਾਂਦਾ, ਮੇਰੀ 100% ਦੀ ਕੈਂਪੇਨ ਪਬਲਿਕਲੀ ਫੰਡਡ ਸੀਗੀ। ਅੱਛਾ ਜੀ, 100% ਦੀ ਕੈਂਪੇਨ ਲੋਕਾਂ ਨੇ ਆਪੇ ਲੜੀ, ਲੋਕਾਂ ਨੇ ਮੈਨੂੰ ਦਿੱਤੇ ਪੈਸੇ, ਮਤਲਬ ਅਸੀਂ ਰੇਜ਼ ਕੀਤੇ। ਤੇ ਫਿਰ ਤੇ ਮੇਰੀ ਜੇ ਦੇਖੀ ਵੀ ਜਾਵੇ, ਸ਼ਾਨਦਾਰ ਕੈਂਪੇਨ ਸੀਗੀ, ਇੱਕਦਮ ਸ਼ਾਨਦਾਰ। ਤੇ ਸਾਡੇ ਪੈਸੇ ਬਚ ਵੀ ਗਏ, ਤੇ ਅਸੀਂ ਪੈਸੇ ਮੋੜੇ ਵੀ ਹੈ ਡੋਨਰਸ ਨੂੰ। ਅੱਛਾ, ਇਮਾਨਦਾਰ ਤੌਰ
ਤਰੀਕੇ ਨਾਲ ਅਸੀਂ ਉਹ ਚੋਣ ਲੜਿਆ ਸੀਗਾ। ਪਰ ਇਹ ਸਿੱਖਣ ਦਾ ਮੌਕਾ ਸੀਗਾ। ਜੇ ਮੈਂ ਕਿਸੇ ਨਾਮੀ ਪਾਰਟੀ ਨਾਲ ਲੜਦੀ, ਜਿਵੇਂ ਮੈਂ ਕਾਂਗਰਸ ਦੇ ਟਿਕਟ ਤੇ, ਕੋਈ ਵੀ ਉਹ ਓਪਰਚੁਨਿਟੀ ਮੈਨੂੰ ਕਦੇ ਨਹੀਂ ਮਿਲਣੀ ਸੀਗੀ। ਹਾਂ ਬਿਲਕੁਲ, ਇਹ ਇਸ ਤਰੀਕੇ ਨਾਲ ਕਾਊਂਟਿੰਗ ਦੀ ਜਿਹੜੀ ਪ੍ਰਕਿਰਿਆ ਹੈਗੀ, ਕਾਊਂਟਿੰਗ ਡੇ ਦੀ ਜਾਂ ਫਿਰ ਪੋਲਿੰਗ ਡੇ ਦੀ, ਉਹ ਬੂਥ ਮੈਨੇਜਮੈਂਟ, ਪੋਲਿੰਗ ਏਜੰਟਸ, ਇਹ ਸਭ ਸਿੱਖਣ ਦਾ ਮੌਕਾ ਤੁਹਾਨੂੰ ਤਦ ਮਿਲਦਾ ਹੈ ਜਦ ਤੁਸੀਂ ਸ਼ੁਰੂਆਤੀ ਫੇਜ਼ 'ਚ ਕਿਸੇ ਪਾਰਟੀ 'ਚ ਸ਼ਾਮਲ ਹੁੰਦੇ ਹੋ, ਤੇ ਉਹ ਲਰਨਿੰਗ ਮੈਨੂੰ ਦੁਬਾਰਾ ਕਦੇ ਮਿਲ ਨਹੀਂ ਸਕਦੀ ਸੀ। ਅੱਛਾ, ਮੈਨੂੰ ਇਹ ਦੱਸਿਓ, ਇਸ ਲਰਨਿੰਗ 'ਚ ਇਹ ਗੱਲ ਤੁਹਾਨੂੰ ਕਦੇ ਸਿੱਖਣ ਨੂੰ ਜਾਂ ਕਦੇ ਮਨ ਨੂੰ ਤਕਲੀਫ ਹੋਈ ਕਿ ਲੋਕ ਬਦਲਣਗੇ? ਉਹ 'ਚੋਂ ਸਿੱਖਣ ਨੂੰ ਮਿਲਿਆ? ਵੋਟਾਂ ਨਾਲ ਲੋਕਾਂ ਦੇ ਮਨਾਂ ਨੂੰ ਬਹੁਤ ਨੇੜਿਓਂ ਜਾਣਨ ਦਾ ਮੌਕਾ ਮਿਲਦਾ ਹੈ। ਬਹੁਤ ਸਾਰੇ ਅਪਸ ਐਂਡ ਡਾਊਨਸ ਡੇ ਬਾਈ ਡੇ, ਘੰਟਿਆਂ ਵੱਧਦੀ ਆਉਂਦੇ। ਤੁਹਾਨੂੰ ਲੱਗਦਾ ਪੰਜਾਬ 'ਚ ਜਾਂ ਦੇਸ਼ ਪੱਧਰ ਦੀ ਰਾਜਨੀਤੀ 'ਚ ਕੋਈ ਤਬਦੀਲੀ ਮਹਿਸੂਸ ਕੀਤੀ ਤੁਸੀਂ ਵੀ ਆਵੇਗੀ? ਮੈਨੂੰ ਲੱਗਦਾ ਤਬਦੀਲੀ ਲਈ ਲੋਕ ਤਿਆਰ ਨੇ, ਪਰ ਜਿਹੜੇ ਲੋਕ ਤਬਦੀਲੀ ਲਿਆ ਸਕਦੇ ਨੇ, ਹਾਂਜੀ, ਉਹ ਉਹੀ ਪੁਰਾਣੇ ਲੋਕ ਨਹੀਂ ਲਿਆ ਸਕਦੇ ਜਿਨ੍ਹਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਤਬਦੀਲੀ ਲੈ ਕੇ ਆਉਣਗੇ, ਕਿਉਂਕਿ ਉਹ ਉਹੀ ਸਿਸਟਮ ਦਾ ਹਿੱਸਾ ਨੇ ਜਿਨ੍ਹਾਂ ਦੇ ਕਰਕੇ ਅੱਜ ਦਾ ਸਿਸਟਮ ਚੱਲ ਰਿਹਾ ਹੈ। ਅੱਛਾ, ਨਵੀਂ ਲਹਿਰ ਸ਼ੁਰੂ ਹੋਣੀ ਪੈਣੀ ਹੈ, ਨਵੇਂ ਲੋਕ ਆਉਣਗੇ, ਪੜ੍ਹੇ ਲਿਖੇ ਆਉਣਗੇ, ਇਮਾਨਦਾਰ ਲੋਕ ਜਦ ਸਿਆਸਤ 'ਚ ਆਉਣਗੇ, ਜੇ ਚੰਗੇ ਖਿਆਲ ਲੈ ਕੇ ਸਿਆਸਤ 'ਚ ਆਉਣਗੇ, ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਸਿਆਸਤ ਬਦਲੂਗੀ ਤੇ ਲੋਕਾਂ ਦੀ ਜਿਹੜੀ ਆਊਟਲੁੱਕ ਹੈ ਉਹ ਵੀ ਬਦਲੂਗੀ। ਲੋਕ ਤਿਆਰ ਹੈ, ਪਰ ਫਿਰ ਲੋਕ ਵੀ ਹਾਰ ਕੇ ਨਿਰਾਸ਼ ਹੋ ਕੇ ਉਹਨਾਂ ਨੂੰ ਵੋਟਾਂ ਪਾਉਂਦੇ, ਬਿਕੋਜ਼ ਉਹਨਾਂ ਕੋਲ ਦਿਖਦਾ ਹੀ ਨਹੀਂ ਹੋਰ। ਤੇ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਲੋਕ ਨਵੀਂ ਲਹਿਰ ਬਣ ਕੇ ਵੀ ਆਉਂਦੇ ਆ, ਉਹ ਵੀ ਉਹੋ ਜਿਹੇ ਕੰਮਕਾਜ ਕਰਨੇ ਸ਼ੁਰੂ ਕਰ ਦਿੰਦੇ ਆ ਤੇ ਇਹ ਸ਼ਾਇਦ ਸਭ ਤੋਂ ਦੁੱਖ ਦੇਣ ਵਾਲੀ ਗੱਲ ਹੈ ਕਿ ਨਵੀਆਂ ਪਾਰਟੀਆਂ ਵੀ ਕਰਾ ਕੇ ਉਹੀ ਸਿਆਸੀ ਮਾਮਲਿਆਂ 'ਚ ਪੈ ਜਾਂਦੀਆਂ, ਤੇ ਕਰਾ ਕੇ ਨਵੀਆਂ ਪਾਰਟੀਆਂ ਵੀ ਉਹੀ ਸਿਆਸੀ ਮਾਮਲਿਆਂ 'ਚ ਪੈ ਜਾਂਦੀਆਂ। ਫਿਰ ਜਦ ਉਹਨਾਂ ਸਿਆਸੀ ਸਟ੍ਰੈਟਜੀ ਤੇ ਸਵਾਲ ਕੀਤੇ ਜਾਂਦੇ ਨੇ ਤੇ ਤੁਹਾਨੂੰ ਜਵਾਬ ਮਿਲਦਾ ਹੈ ਪॉलिटिक्स ऐसे ही होती है। ये मैं वर्बैटिम कोट कर रही हूँ, पॉलिटिक्स ऐसे ही होती है। जब कोई सवाल जवाब करता है, मेरी आदत कंट्रोवर्सी क्रिएट करने दी है नहीं, तुसी मैनू जानते हो, पर मैं एक स्मॉल तौर ते एक मिसाल तुहानू दस रही हां कि जद वो लोग जिन्हां तो सारिਆਂ ਤੋਂ उम्मीद है कि भाई ये बदलाव लैके आउणगे, ਇਹ ਚੇਂਜ ਕਰਨਗੇ, ਜਦ ਉਹ ਵੀ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਜਿਹੜੀ ਪੁਰਾਣੀਆਂ ਹੰਡੀਆਂ ਹੋਈਆਂ ਸਿਆਸੀ ਪਾਰਟੀਆਂ ਕਰਦੀਆਂ ਨੇ, ਤੇ ਤੁਸੀਂ ਉਹਨਾਂ ਤੋਂ ਸਵਾਲ ਖੜੇ ਕਰਦੇ ਹੋ ਤੇ ਤੁਹਾਨੂੰ ਜਵਾਬ ਹੁੰਦਾ ਹੈ ਕਿ ਬਈ ਪੋਲਿਟਿਕਸ ਤਾਂ ਐਸੇ ਹੀ ਹੁੰਦੀ ਹੈ। ਰਾਜਨੀਤੀ, ਵੋਟਾਂ ਵਾਲੀ ਰਾਜਨੀਤੀ 'ਚ ਇੱਕ ਵਾਰੀ ਫਿਰ ਤੁਹਾਨੂੰ ਉਤਰਦੇ ਵੇਖਾਂਗੇ? ਬਿਲਕੁਲ। ਮੇਰਾ ਬੇਟਾ ਬਹੁਤ ਛੋਟਾ ਸੀਗਾ ਤੇ ਮੈਂ ਚੋਣ ਨਹੀਂ ਲੜਿਆ, ਤੇ ਮੈਨੂੰ ਲੱਗਦਾ ਸੀਗਾ ਕਿ ਇਸ ਜਿਹੜੀ ਮੇਰੀ ਬੇਟੇ ਦੀ ਉਮਰ ਹੈ, ਇਸ ਮੈਨੂੰ ਉਹਦੇ ਨਾਲ ਹੋਣਾ ਮੇਰੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀ ਫਾਰਮੇਟਿਵ ਏਜਸ ਹੁੰਦੀਆਂ ਬੱਚਿਆਂ ਦੀ 2 ਤੋਂ ਲੈ ਕੇ 5-6 ਸਾਲ ਤੱਕ ਬਹੁਤ ਜ਼ਰੂਰੀ ਨੇ। ਤੇ ਜੇ ਮੈਂ ਦੂਜੀਆਂ ਚੀਜ਼ਾਂ ਨੂੰ ਪ੍ਰਾਇੋਰਟੀ ਬਣਾ ਕੇ ਆਪਣੀ ਬੇਟੀ ਨੂੰ ਛੱਡਦਾ, ਆਪਾਂ ਜਿਹੜਾ ਕਰ ਰਹੇ ਹਾਂ ਆਪਾਂ ਫਿਊਚਰ ਲਈ ਕਰ ਰਹੇ ਹਾਂ, ਅੱਜ ਤੱਕ ਬਦਲਾਅ ਨਹੀਂ ਆਉਣ ਲੱਗਿਆ, ਤੇ ਜਿਹੜਾ ਮੇਰੇ ਆਪਣਾ ਫਿਊਚਰ ਹੈ ਜਿਵੇਂ ਉਹਨੂੰ ਮੈਂ ਨਿਗਲੈਕਟ ਕਰਦਾ, ਫਿਰ ਕਿਵੇਂ ਕਰ ਸਕਦੇ ਹਾਂ। ਆਖਰੀ ਵਰਗਾ ਸਵਾਲ ਹੈ ਮੇਰਾ, ਕੋਈ ਜ਼ਿੰਦਗੀ 'ਚ ਇਹੋ ਜਿਹੀ ਕਹਾਣੀ ਜਾਂ ਦਾਸਤਾਨ ਤੁਹਾਡੇ ਨੂੰ ਦਿਲ ਤੇ ਹਮੇਸ਼ਾ ਜਿਹਨੇ ਬਹੁਤ ਮੋਟੀਵੇਟ ਕੀਤਾ ਹੋਵੇ? ਕਿਉਂਕਿ ਮੈਂ ਮੋਟੀਵੇਸ਼ਨ ਦੀ ਇਸ ਲਈ ਜਾਂ ਚੜ੍ਹਦੀ ਕਲਾ ਦੀ ਇਸ ਲਈ ਗੱਲ ਕਰ ਰਿਹਾ ਕਿਉਂਕਿ ਪੰਜਾਬ ਨੂੰ, ਪੰਜਾਬੀਅਤ ਨੂੰ, ਸਾਡੇ ਦੇਸ਼ ਨੂੰ ਚੜ੍ਹਦੀ ਕਲਾ ਦੀ ਲੋੜ ਹੈ। ਹਨੇਰਾ ਤਾਂ 4 ਚੁਫੇਰੇ ਹੈਗਾ ਹੀ ਹੈ, ਚੜ੍ਹਦੀ ਕਲਾ ਕਮਜ਼ੋਰ ਹੈ ਥੋੜੀ ਜੀ। ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਜਾਂ ਦਾਸਤਾਨ ਟੁੰਬਦੀ ਹੈ ਜਿਹੜੀ ਤੁਹਾਨੂੰ ਮੋਟੀਵੇਟ ਰੱਖਦੀ ਹੈ, ਤੁਹਾਨੂੰ ਕਾਇਮ ਰੱਖਦੀ ਹੈ? ਮੇਰੇ ਲਈ ਸਭ ਤੋਂ ਮੋਟੀਵੇਟਿੰਗ ਜਿਹੜੀ ਦਾਸਤਾਨ ਹੈ, ਜਿਹੜੀ ਕਹਾਣੀ ਹੈ, ਉਹ ਮੇਰੇ ਦਾਦਾ ਜੀ ਦੀ ਹੈ। ਉਹਨਾਂ ਦੀ ਮਿਹਨਤ ਜੀ ਤੇ ਜਿਹੜੀ ਐਫਰਟ ਉਹਨਾਂ ਨੇ ਕੀਤੀ ਹੈ, ਅੱਜ ਉਹਨਾਂ ਦੀ ਤੀਜੀ ਪੀੜ੍ਹੀ ਵੀ ਚੜ੍ਹਦੀ ਕਲਾ 'ਚ ਹੈ। ਉਹ ਤੁਰ ਕੇ ਜਾਇਆ ਕਰਦੇ ਸੀਗੇ ਮਹਾਦੀਆਂ ਤੋਂ ਬਸੀ ਪਠਾਣਾ, ਤੁਰ ਕੇ, ਜੁੱਤੇ ਵੀ ਸੀਗੇ ਉਹਨਾਂ ਕੋਲ, ਤੇ ਕਾਫੀ ਮਤਲਬ 5.5 ਕਿਲੋਮੀਟਰ ਦਾ ਰਸਤਾ ਹੈ ਜੀ। ਤੇ ਦੋ ਉਹਨਾਂ ਦੀ ਸਭ ਤੋਂ ਖੂਬ ਜਿਹੜੀਆਂ ਕੁਆਲਿਟੀ ਸੀਗੀਆਂ, ਉਹ ਸੀਗੀ ਮਿਹਨਤੀ ਬਹੁਤ ਸੀਗੇ, ਤੇ ਦੂਜੀ ਗੱਲ ਬਹੁਤ ਆਊਟਸਟੈਂਡਿੰਗ ਸਪੋਰਟਸ ਪਰਸਨ ਸੀਗੇ ਜੀ। ਤੇ ਸਪੋਰਟ ਦੇ ਕਰਕੇ ਉਹਨਾਂ ਨੇ ਫਸਟ ਪਟਿਆਲਾ ਜੁਆਇਨ ਕੀਤੀ, ਜਿਹੜੀ ਪਟਿਆਲਾ ਸੂਬੇ ਦੀ ਫੌਜ ਸੀਗੀ, ਤੇ ਕਿਉਂਕਿ ਉਹ ਪੜ੍ਹੇ ਲਿਖੇ ਸੀਗੇ, ਕਿਉਂਕਿ ਉਹਨਾਂ ਨੇ ਹਾਲਾਂਕਿ ਉਹ ਸਿਪਾਹੀ ਭਰਤੀ ਹੋਏ ਸੀਗੇ ਜੀ, ਪਰ ਉਹਨਾਂ ਨੇ ਮਿਹਨਤ ਬਹੁਤ ਕੀਤੀ, ਪੜ੍ਹਾਈ ਨਹੀਂ ਛੱਡੀ। ਨਾਲੇ ਬਹੁਤ ਔਖਾ ਸੀਗਾ, ਮਤਲਬ ਪਿੰਡਾਂ 'ਚ ਬਿਜਲੀ ਨਹੀਂ ਹੁੰਦੀ ਸੀ, ਤੇ ਇਹ ਬਹੁਤ ਪੁਰਾਣੀ ਗੱਲ ਦੀ ਹੈ। ਮੈਂ ਗੱਲ ਕਰ ਰਹੀ ਹਾਂ ਉਹਨਾਂ ਦਾ
1916 ਦਾ ਜਨਮ ਸੀਗਾ ਤੇ ਜੀ ਬਹੁਤ ਮਤਲਬ 400 ਸਾਲ ਪੁਰਾਣੀ ਗੱਲ ਨਹੀਂ ਹੈਗੀ, ਕਾਫੀ ਜੀ ਜੀ ਬਿਲਕੁਲ ਰਿਲੇਟੇਬਲ ਗੱਲ ਹੈ। ਤੇ ਪੜ੍ਹਾਈ ਨਹੀਂ ਛੱਡੀ ਜੀ ਤੇ ਸਪੋਰਟਸ ਨਹੀਂ ਛੱਡੀ। ਤੇ ਜੀ ਇਹ ਮੈਂ ਬਹੁਤ ਸੋਚ ਕੇ ਗੱਲ ਕਹਿ ਰਹੀ ਹਾਂ ਕਿ ਲੋਕ ਕਹਿੰਦੇ ਕਿ ਸਪੋਰਟਸ ਜੇ ਪਰਸੂ ਕਰ ਰਹੇ ਤਾਂ ਪੜ੍ਹਾਈ ਛੱਡਣੀ ਪੈਂਦੀ ਹੈ, ਤੇ ਜੇ ਪੜ੍ਹਾਈ ਬਿਲਕੁਲ ਪਰਸੂ ਕਰਨੀ ਤਾਂ ਸਪੋਰਟਸ ਹੀ ਛੱਡਣੀ। ਜੀ ਉਹਨਾਂ ਨੇ ਮਹਿੰਦਰਾ ਕਾਲਜ ਪੜ੍ਹੇ ਤੇ ਹਾਕੀ ਖੇਡੀ, ਫੁੱਟਬਾਲ ਖੇਡੀ, ਬਹੁਤ ਆਊਟਸਟੈਂਡਿੰਗ ਸਪੋਰਟਸ ਪਰਸਨ ਸੀਗੇ। ਉਹ ਸਪੋਰਟਸ ਪਰਸਨ ਨੋਟਿਸ ਹੋਏ ਜੀ ਮਹਾਰਾਜ ਪਟਿਆਲਾ ਦੁਆਰਾ, ਤੇ ਉਹ ਫਿਰ ਅਫਸਰ ਟ੍ਰੇਨਿੰਗ ਲਈ ਭੇਜੇ ਗਏ। ਅੱਛਾ ਕਿਉਂਕਿ ਤੁਸੀਂ ਸ਼ਾਈਨ ਕਿਵੇਂ ਕਰੋਗੇ ਨਾ, ਤੁਸੀਂ ਜਿਹੜਾ ਤੁਹਾਡਾ ਇੰਨੀ ਤੁਸੀਂ ਲੋਕਾਂ ਚੋਂ ਨੋਟਿਸ ਕਿਵੇਂ ਹੋਵੋਗੇ? ਕੋਈ ਤਾਂ ਤੁਹਾਡੀ ਇਹੋ ਜਿਹੀ ਕੁਆਲਿਟੀ ਹੋਣੀ ਚਾਹੀਦੀ ਜਿਹੜੀ ਤੁਹਾਨੂੰ ਰਾਈਜ਼ ਕਰੇ ਕੰਪੀਟੀਸ਼ਨ ਤੋਂ ਉੱਪਰ। ਜੀ ਤੇ ਮੈਨੂੰ ਲੱਗਦਾ ਹੈ ਉਹ ਜਿਹੜਾ ਗੁਣ ਹੈ ਨਾ, ਉਹ ਪੰਜਾਬ ਦੇ ਹਰ ਨੌਜਵਾਨ 'ਚ ਹੈ, ਸਪੋਰਟਸ ਦਾ, ਖੇਡਾਂ ਦਾ। ਜੀ ਤੇ ਬਿਲਕੁਲ ਉਹ ਖੇਡਾਂ ਦੀ ਬੇਸਿਸ ਤੇ ਜੇ ਉਹ ਖੇਡ 'ਚ ਇੰਨੇ ਹੁੰਦੇ, ਮਤਲਬ ਕੋਈ ਸਪੋਰਟ ਨਹੀਂ ਛੱਡੀ, ਸ਼ਾਇਦ ਉਹਨਾਂ ਦੇ 25 ਸਾਲਾਂ ਤੱਕ ਦੰਦ ਹੀ ਟੁੱਟ ਗਏ ਸੀ, ਕਾਫੀ ਦੀ ਹਾਕੀ ਦੀ ਬਾਲ ਲੱਗ ਗਈ ਸੀ ਆ ਕੇ। ਜੀ 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 ਪਰ ਕਿਉਂਕਿ ਸਪੋਰਟਸ ਦੀ ਬੇਸਿਸ ਤੇ ਉਹ ਸ਼ਾਈਨ ਹੋਏ, ਸਪੋਰਟਸ ਕਰਕੇ ਉਹ ਨੋਟਿਸ ਕੀਤੇ ਗਏ, ਤਾਂ ਜਾ ਕੇ ਉਹਨਾਂ ਨੂੰ ਅੱਗੇ ਜਾ ਕੇ ਮੌਕੇ ਮਿਲੇ। ਜੀ ਤੇ ਮੈਨੂੰ ਲੱਗਦਾ ਹੈ ਕਿ ਸਪੋਰਟਸ ਬਹੁਤ ਹੀ ਅਹਿਮ ਇੱਕ ਕੈਰੈਕਟਰ ਨੂੰ ਬਿਲਡ ਕਰਨ ਦੀ ਓਪਰਚੁਨਿਟੀ ਹੈ, ਕਿਉਂਕਿ ਸਪੋਰਟਸ 'ਚ ਤੁਹਾਨੂੰ ਰੋਜ਼ ਫੇਲਿਅਰ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਵਾਰ ਤੁਸੀਂ ਜਿੱਤ ਨਹੀਂ ਸਕਦੇ, ਹਰ ਰੇਸ ਤੁਸੀਂ ਜਿੱਤ ਨਹੀਂ ਸਕਦੇ। ਬਿਲਕੁਲ ਸੋ ਬਿਲਕੁਲ ਸਪੋਰਟਸ ਐਂਡ ਸਟੱਡੀਜ਼ ਦੀ ਬੇਸਿਸ ਤੇ ਉਹ ਅੱਗੇ ਵਧੇ। ਉਹਨਾਂ ਨੇ ਫਿਰ ਆਪਣੇ ਬੇਟਿਆਂ ਨੂੰ ਪੜ੍ਹਾਇਆ, 2 ਬੇਟੇ 2 ਬੇਟੀਆਂ, ਕੁੜੀਆਂ ਨੂੰ ਮਤਲਬ ਪ੍ਰੋਪਰਲੀ ਮੋਟਰਸਾਈਕਲ ਵੀ ਚਲਾਉਂਦੀਆਂ ਸੀਗੀਆਂ ਮੇਰੀ ਦੋਨੋਂ ਭੂਆ। ਉਹਨਾਂ ਨੇ ਦੋਨੋਂ ਬੇਟੇ ਜਰਨੈਲ ਬਣੇ। ਜੀ ਉਸ ਤੋਂ ਬਾਅਦ ਜਾ ਕੇ ਸਾਡੀ ਜਿਹੜੀ ਪੀੜ੍ਹੀ ਹੈ ਉਹ ਅੱਗੇ ਵਧੀ। ਮਤਲਬ ਜੋ ਦਾਦਾ ਜੀ ਨੇ ਸ਼ੁਰੂਆਤ ਕੀਤੀ ਸੀਗੀ ਕਰਨਲ ਸ਼ਮਸ਼ੇਰ ਸਿੰਘ ਨੇ, ਜੀ ਉਸ ਤੋਂ ਅਸੀਂ ਮਿਸਾਲ ਲੈ ਕੇ ਅੱਗੇ 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 ਵਧੇ, ਪਰ ਮਿਸਾਲ ਉਹਨਾਂ ਨੇ ਕਾਇਮ ਕੀਤੀ। ਮੇਰਾ ਆਖਰੀ ਸਵਾਲ ਹੈ ਤੁਹਾਡੇ ਤੱਕ, ਜ਼ਿੰਦਗੀ 'ਚ ਗੁਲਪਨਾਗ ਨੂੰ ਹਜੇ ਕੀ ਲੱਗਦਾ ਕਿ ਤੁਹਾਡੇ ਕਿਰਦਾਰ 'ਚ ਜਾਂ ਤੁਹਾਡੀ ਸ਼ਖਸੀਅਤ 'ਚ ਕੁਝ ਆ ਚੀਜ਼ਾਂ ਐਡ ਕਰਨ ਵਾਲੀਆਂ ਜਿਹੜੀ ਇਸ ਨਵੇਂ ਸਾਲ 'ਚ ਕਰੋਗੇ? ਸਬਰ। ਛੱਡਣਾ ਕੀ ਹੈ? ਛੱਡਣ ਵਾਲੀ ਚੀਜ਼ਾਂ ਤਾਂ ਘਟ ਗਈਆਂ ਬਹੁਤ ਹੁਣ ਉਮਰ ਨਾਲ, ਪਰ ਸਬਰ ਬਹੁਤ ਜ਼ਰੂਰੀ ਹੈ। ਤੇ ਇੱਕ ਮੈਨੂੰ ਪਰਸਨਲੀ ਬਹੁਤ ਇੰਪੋਰਟੈਂਟ ਜਿਹੜਾ ਮੇਰਾ ਇਸ ਸਾਲ ਦੀ ਰੈਜ਼ੋਲੂਸ਼ਨ ਹੈ ਕਿ ਫਿਟਨੈਸ ਬਰਕਰਾਰ ਰੱਖਣੀ ਹੈ। ਰੋਜ਼ ਜੇ ਤੁਸੀਂ ਫਿਟਨੈਸ ਕਰਦੇ ਹੋ ਤੇ ਇੱਕ ਸੰਘਰਸ਼ ਕਰਦੇ ਹੋ ਆਪਣੇ ਨਾਲ ਐਵਰੀ ਡੇ। ਅੱਜ ਵੀ ਮੈਂ ਸਵੇਰੇ 5 ਕਿਲੋਮੀਟਰ ਦੌੜ ਕੇ ਆਈ ਹਾਂ ਆਪਣੇ ਬੇਟੇ ਨਾਲ, ਸਾਈਕਲ ਤੇ ਜਾਂਦਾ ਮੇਰੇ ਨਾਲ ਉਹ, ਤੇ ਨਾਲ ਡੌਗੀ ਵੀ ਸੀਗਾ। ਤੇ ਰੋਜ਼ ਇੱਕ ਸੰਘਰਸ਼ ਹੁੰਦਾ ਹੈ, ਰੋਜ਼ ਕਿ ਕਿਉਂ ਕੀ ਲੋੜ ਹੈ, ਹੀ ਪੈ ਜਾਂਦੇ ਆ, ਚਾਹ ਪੀ ਲੈਂਦੇ ਆ। ਉਹ ਡੇਲੀ ਸੰਘਰਸ਼ ਹੈ ਜੀ। ਉਹ ਇੱਕ ਮਿਸਾਲ ਕਾਇਮ ਕਰਦਾ ਕਿ ਤੁਸੀਂ ਜੇ ਇਹ ਸੰਘਰਸ਼ ਕਰ ਸਕਦੇ ਹੋ ਤੁਸੀਂ ਦੂਜੇ ਸੰਘਰਸ਼ ਵੀ ਕਰ ਸਕਦੇ ਹੋ। ਜੀ ਤੇ ਦੂਜਾ ਜਿਹੜਾ ਮੇਰਾ ਮੈਂ ਮੇਨਟੇਨ ਕਰਨਾ ਚਾਹੁੰਦੀ ਹਾਂ ਕਿ ਇਸ ਸਾਲ ਵੀ ਫਿਟਨੈਸ ਤੇ ਫੋਕਸ ਰੱਖਿਆ ਜਾਵੇ, ਕਿਉਂਕਿ ਉਹ ਮਾਈਂਡ ਲਈ ਬਹੁਤ ਚੰਗਾ ਹੈ। ਤੇ ਦੂਜਾ ਜਿਹੜਾ ਥੋੜਾ ਜਿਹਾ ਲੈਸ ਸ਼ਾਇਦ ਮੈਂ ਸਮਝਦੀ ਇੰਨਾ ਵੱਡਾ ਨਹੀਂ ਹੈ, ਉਹ ਹੈ ਪੰਕਚੁਅਲਿਟੀ। ਮੈਂ ਨਾ ਹਰ ਜਗ੍ਹਾ 3-4 ਮਿੰਟ ਲੇਟ ਹੁੰਦੀ ਹੈ। ਅੱਧਾ ਘੰਟਾ ਨਹੀਂ, ਪਰ ਜੇ ਮੈਂ ਤੁਹਾਨੂੰ ਵੀ ਅੱਜ 12 ਵਜੇ ਦਾ ਟਾਈਮ ਦਿੱਤਾ ਸੀਗਾ, 12:08 ਹੋ ਗਏ ਸੀਗੇ ਆਪਣੀ, ਉਹ 7-8 ਮਿੰਟ ਦੀ ਮੇਰੀ ਜਿਹੜੀ ਕਮੀ ਮੇਰੇ ਤੋਂ ਮਹਿਸੂਸ ਹੋ ਰਹੀ ਹੈ ਹਰ ਜਗ੍ਹਾ, ਉਹ ਮੈਂ ਠੀਕ ਕਰਨਾ ਚਾਹੁੰਦੀ ਹਾਂ। ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ? ਯੂਥ ਨੂੰ ਮੇਰਾ ਮੈਸੇਜ ਇਹ ਹੈ ਕਿ ਸਪੋਰਟਸ ਗੇਮਸ ਤੇ ਫੋਕਸ ਬਹੁਤ ਜ਼ਰੂਰੀ ਹੈ। ਪੰਜਾਬ ਤੋਂ ਸਭ ਤੋਂ ਵੱਧ ਮੈਡਲਸ ਆਇਆ ਕਰਦੇ ਸੀਗੇ ਸਪੋਰਟਸ 'ਚ ਜੀ। ਤੇ ਪੰਜਾਬ ਤੇ ਹਰਿਆਣੇ ਦੇ ਜਿਹੜੇ ਲੋਕ ਹੈ ਉਹ ਸੇਮ ਹੈ ਜੀ। ਅਸੀਂ ਇੱਕੋ ਥਾਲੀ ਚੱਟੇ ਬੱਟੇ। ਤੇ ਅੱਜ ਉਹ ਕਿਉਂਕਿ ਉਹ ਪਰਸੂ ਕਰ ਰਹੇ ਆ ਸਪੋਰਟਸ, ਨਸ਼ਿਆਂ ਸ਼ਰਾਬਾਂ 'ਚ ਉਹਨਾਂ ਦਾ ਯੂਥ ਨਹੀਂ ਗਿਆ, ਤਾਂ ਉਹਨਾਂ ਦਾ ਯੂਥ ਰੈਸਲਿੰਗ ਬਾਕਸਿੰਗ 'ਚ ਇੰਨਾ ਸ਼ਾਨਦਾਰ ਕੰਮ ਕਰ ਰਿਹਾ ਹੈ। ਉਹੀ ਕਾਬਲੀਅਤ ਪੰਜਾਬ ਦੇ ਯੂਥ 'ਚ ਹੈਗੀ, ਕੁੜੀਆਂ 'ਚ ਵੀ ਹੈਗੀ ਤੇ ਮੁੰਡਿਆਂ 'ਚ ਵੀ ਹੈਗੀ। ਤੇ ਮੇਰੀ ਇਹ ਹੋਪ ਹੈ ਕਿ ਜਿਹੜੀ ਵੀ ਸਰਕਾਰ ਬਣਦੀ ਹੈ ਉਹ ਸਪੋਰਟਸ ਨੂੰ ਜ਼ਰੂਰ ਪੁਸ਼ ਦੇਵੇ, ਕਿਉਂਕਿ ਸਪੋਰਟਸ ਨਾਲ ਲਾਈਫ ਬਦਲ ਜਾਂਦੀ ਹੈ। ਮਤਲਬ ਇੱਕ ਤੁਸੀਂ ਪਿੰਡ ਤੋਂ ਆ ਕੇ ਜੇ ਤੁਹਾਡੇ 'ਚ ਟੈਲੈਂਟ ਹੋਵੇ, ਤੁਸੀਂ ਕਿੱਥੋਂ ਕਿੱਥੇ ਪਹੁੰਚ ਸਕਦੇ। ਇੱਕ ਨਾ ਮੇਰਾ ਸਵਾਲ ਰਹਿ ਗਿਆ, ਬਹੁਤ ਜ਼ਰੂਰੀ ਆ ਵੀ, ਔਰਤ ਦੀ ਜ਼ਿੰਦਗੀ 'ਚ 3 ਪੱਪੇ ਹੁੰਦੇ ਆ, ਕਹਿੰਦੇ ਪਿਤਾ, ਪਤੀ ਤੇ ਪੁੱਤਰ। 3 ਪੱਪੇ। ਇਹ ਸਵਾਲ, ਇਹ ਤਿੰਨੇ ਕਹਿੰਦੇ ਜੇ ਪਹਿਲਾਂ ਤੁਹਾਡਾ ਪਹਿਲੇ ਪੱਪੇ ਨੇ ਤਾਂ ਤੁਹਾਡਾ ਬਹੁਤ ਸਾਥ ਦਿੱਤਾ, ਵਿਚਾਲੇ ਵਾਲਾ ਪੱਪਾ ਜਿਹੜਾ ਉਹ ਪਤੀ ਆਉਂਦਾ ਤੇ ਪੁੱਤਰ ਨੇ ਵੀ ਮਾਂ ਦਾ ਸਾਥ ਦੇਣਾ ਹੁੰਦਾ। ਇਹ ਸਾਰਾ ਕੁਝ ਜਦੋਂ ਲਾਈਨ ਅਪ ਹੁੰਦਾ, ਕਹਿੰਦੇ ਇੱਕ ਔਰਤ ਨੂੰ ਬਹੁਤ ਵੱਡੀ ਸਪੋਰਟ ਮਿਲਦੀ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਮੈਨੂੰ ਲੱਗਦਾ ਹੈ ਕਿ ਇਹ ਇੱਕ ਪੁਰਸ਼ ਪ੍ਰਧਾਨ ਸੋਚ ਦਾ ਨਜ਼ਰੀਆ ਹੈ ਕਿ ਔਰਤ ਨੂੰ ਬੰਦਿਆਂ ਦੀ ਲੋੜ ਹੈ। ਮੈਂ ਤਾਂ ਇਹੀ ਪੁੱਛਣਾ ਚਾਹੁੰਦਾ ਸੀ। ਹਾਲਾਂਕਿ ਮੈਨੂੰ ਮੇਰੇ ਪਿਤਾ ਨਾਲ, ਮੇਰੇ ਹਸਬੰਡ ਨਾਲ, ਬੇਟੇ ਨਾਲ ਬਹੁਤ ਪਿਆਰ ਹੈ, ਬਹੁਤ ਮੋਹ ਹੈਗਾ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ। ਪਰ ਅਸੀਂ ਕਿਉਂ ਔਰਤ ਨੂੰ ਹਰ ਵਕਤ ਪੁਰਸ਼ ਤੇ ਆਦਮੀ ਦੇ ਨਜ਼ਰੀਏ 'ਚੋਂ ਦੇਖਦੇ ਹਾਂ? ਅਸੀਂ ਕਿਉਂ ਉਹਨੂੰ ਆਪ ਨੂੰ ਐਜ਼ ਅ ਇੰਡੀਵਿਜੂਅਲ ਨਹੀਂ ਦੇਖਦੇ? ਜੀ ਨਹੀਂ, ਬਿਲਕੁਲ। ਮੇਰੀ ਥੋੜੀ ਜਿਹੀ ਮੈਨੂੰ ਸ਼ਿਕਾਇਤ ਹੈ ਕਿ ਅਸੀਂ ਅੱਜ ਵੀ ਕਿ 21ਵੀਂ ਸਦੀ 'ਚ ਪਹੁੰਚ ਗਏ ਆ, ਅਸੀਂ ਅੱਜ ਵੀ ਔਰਤਾਂ ਨੂੰ ਹਰ ਬਾਰ ਜਿਹੜਾ ਲੈਂਸ ਹੈ ਨਾ ਆਪਣਾ, ਉਹ ਬੰਦਿਆਂ ਦਾ ਲੈਂਸ ਹੈ, ਲੈਂਸ ਬਦਲੀ ਕਰਨ ਦੀ ਲੋੜ ਹੈ। ਕੀ ਬਾਤ ਹੈ। ਤੇ ਤੁਸੀਂ ਟਾਈਮ ਦਿੱਤਾ, ਬਹੁਤ ਸ਼ੁਕਰੀਆ। ਫਿਰ ਜਦੋਂ ਤੁਸੀਂ ਪੰਜਾਬ ਆਏ ਤਾਂ ਘਰ ਆਇਓ, ਫਤਿਹਗੜ੍ਹ ਸਾਹਿਬ ਆਇਓ, ਅਸੀਂ ਚਾਹ ਪਾਵਾਂਗੇ ਤੁਹਾਨੂੰ ਤੇ ਫਿਰ ਆਪਾਂ ਜ਼ਰੂਰ ਗੱਲਬਾਤ ਦੁਬਾਰਾ ਕਰਾਂਗੇ। ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਲਈ। ਥੈਂਕ ਯੂ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।